ਵਾਹਿਗੁਰੂ ਸਾਹਿਬ ਜੀ। ਦਸਮ ਕਥਾ ਭਾਗਵਤ ਕੀ। ਭਾਖਾ ਕਰੀ ਬਨਾਏ, ਅਵਰ ਬਾਸਨਾ ਨਾਹਿ ਪ੍ਰਭ। ਧਰਮ ਜੁਧ ਕੇ ਚਾਏ। ਦਸਮ ਕਥਾ ਭਾਗਵਤ ਕੀ। ਭਾਖਾ ਕਰੀ ਬਨਾਏ, ਅਵਰ ਬਾਸਨਾ ਨਾਹਿ ਪ੍ਰਭ। ਧਰਮ ਜੁਧ ਕੇ ਚਾਏ। ਦੁਹੂੰ ਗ੍ਰੰਥ ਮੈਂ ਬਾਣੀ ਜੋਈ, ਚੁਨ ਚੁਨ ਕੰਠ ਕਰੇ ਸਿੰਘ ਸੋਈ। ਕਵਿਤਾ ਰਚਹਿ ਇਕੰਤ ਹੋਇ, ਸੁੰਦਰ ਛੰਦ ਬਨਾਏ। ਰਸ ਸ਼ਿੰਗਾਰ ਰਸ ਬੀਰ ਕੋ, ਰੁਦਰ ਬਰਨ ਅਧਿਕਾਏ। ਸਗਲ ਦੁਆਰ ਕੋ ਛਾਡ ਕੇ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਆਸ, ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕੋ ਛਾਡ ਕੇ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਆਸ, ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ, ਜਿਸ ਪ੍ਰਕਾਰ ਪਾਵਨ ਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਜੋ ਸੰਥਿਆ ਪ੍ਰਾਰੰਭ ਕਰਨ ਜਾ ਰਹੇ ਹਾਂ, ਜਿਸ ਤੋਂ ਪਹਿਲਾਂ ਸਾਨੂੰ ਇਸ ਵਿਸ਼ੇ ਬਾਰੇ ਜਾਣਕਾਰੀ ਹੋਣੀ ਬਹੁਤ ਲਾਜ਼ਮੀ ਹੈ ਕਿ ਇਹ ਜੋ ਸ੍ਰੀ ਜਾਪ ਸਾਹਿਬ ਦੀ ਬਾਣੀ ਹੈ, ਇਹ ਕਿਹੜੇ ਸਤਿਗੁਰਾਂ ਦੀ ਔਰ ਕਿਸ ਸਮੇਂ ਉਚਾਰਨ ਹੋਈ ਹੈ। ਸੋ ਇਸ ਦੀ ਵਿਚਾਰ, ਇਸ ਪਾਵਨ ਵਿਚਾਰ ਦੇ ਅੰਦਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਜੋ ਪਾਵਨ ਬਾਣੀ ਸ੍ਰੀ ਜਾਪ ਸਾਹਿਬ ਹੈ, ਇਹ ਧੰਨ ਸਤਿਗੁਰੂ ਸੋਢੀ ਸੁਲਤਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਹੜੇ ਜਿੱਥੇ ਇੱਕ ਸੂਰਬੀਰ ਯੋਧੇ ਹਨ, ਉਸ ਦੇ ਨਾਲ ਨਾਲ ਇੱਕ ਮਹਾਨ ਕਵੀ ਵੀ ਹਨ, ਉਹਨਾਂ ਸਤਿਗੁਰਾਂ ਦੀ ਇਹ ਮਹਾਨ ਰਚਨਾ ਹੈ। ਜਦੋਂ ਇਸ ਦੀ ਉਚਾਰਨ ਦੇ ਸੰਬੰਧ ਦੇ ਵਿੱਚ ਵਿਚਾਰ ਸਾਹਮਣੇ ਆਉਂਦੀ ਹੈ ਕਿ ਇਹ ਜਿਹੜੀ ਸ੍ਰੀ ਜਾਪ ਸਾਹਿਬ ਦੀ ਬਾਣੀ ਹੈ, ਇਹ ਉਚਾਰਨ ਕਿੱਥੇ ਹੋਈ ਹੈ, ਜਿਸ ਨੂੰ ਆਪਾਂ ਆਖਦੇ ਹਾਂ ਕਿ ਇਸ ਦੀ ਉਥਾਨਕਾ ਕੀ ਹੈ, ਭਾਵ ਕਿ ਇਹ ਬਾਣੀ ਕਿਸ ਵਜ੍ਹਾ ਕਰਕੇ ਕਿਸ ਸਮੇਂ ਉਚਾਰਨ ਹੋਈ, ਕੀ ਇਸ ਦਾ ਸਬੱਬ ਬਣਿਆ ਸੀ। ਤਾਂ ਉਸ ਵੇਲੇ ਜਦੋਂ ਅਸੀਂ ਸੰਪਰਦਾਇ ਵਿਚਾਰਧਾਰਾ ਦੇ ਅਨੁਸਾਰ ਇਸ ਨੂੰ ਪੜ੍ਹਦੇ ਸੁਣਦੇ ਹਾਂ, ਅਤੇ ਸੰਪਰਦਾਇ ਦੇ ਅੰਦਰ ਦੱਸਿਆ ਜਾਂਦਾ ਹੈ ਜਿਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਰਮੇਸ਼ਰ ਵਾਹਿਗੁਰੂ ਜੀ ਦੇ ਸਨਮੁਖ
ਜਾ ਕਰਕੇ ਗੁਰਮੰਤਰ ਲਿਆ ਔਰ ਪਰਮੇਸ਼ਰ ਵਾਹਿਗੁਰੂ ਜੀ ਦੀ ਉਸਤਤੀ ਕਰਨ ਦੀ ਬਾਬਤ ਬਚਨ ਉਚਾਰਨ ਕੀਤੇ ਕਿ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ। ਇਹ ਬਚਨਾਂ ਦੇ ਰਾਹੀਂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਰਮੇਸ਼ਰ ਵਾਹਿਗੁਰੂ ਦੀ ਉਸਤਤੀ ਰੂਪ ਵਿੱਚ ਬਚਨ ਉਚਾਰਨ ਕੀਤੇ ਤੇ ਦੱਸਣਾ ਕੀਤਾ ਕਿ ਉਹ ਜਿਹੜਾ ਵਾਹਿਗੁਰੂ ਹੈ ਉਸ ਦਾ ਜਿਹੜਾ ਦਰ ਘਰ ਹੈ ਉਹ ਕਿਹਾ ਹੈ, ਭਾਵ ਉਸ ਦੀ ਬਾਬਤ ਕੁਝ ਕਿਹਾ ਨਹੀਂ ਜਾ ਸਕਦਾ। ਇਸ ਤਰ੍ਹਾਂ ਇਹ ਪਹਿਲੀ ਵਾਰ ਇਹ ਜਿਹੜਾ ਰਹਿਰਾਸ ਸਾਹਿਬ ਵਾਲਾ ਸੋ ਦਰ ਹੈ ਇਸ ਨੂੰ ਉਚਾਰਿਆ। ਦੂਸਰੀ ਵਾਰ ਜਿਹੜਾ ਸਿੱਧਾ ਨੇ ਜਦੋਂ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ ਸੀ ਕਿ ਸਤਿਗੁਰੂ ਜੀਓ, ਜਿਸ ਪਰਮੇਸ਼ਰ ਵਾਹਿਗੁਰੂ ਦੀ ਤੁਸੀਂ ਸਿਫਤ ਕਰਦੇ ਹੋ, ਵਡਿਆਈ ਕਰਦੇ ਹੋ, ਮਹਿਮਾ ਕਰਦੇ ਹੋ, ਉਸ ਵਾਹਿਗੁਰੂ ਦਾ ਦਰ ਘਰ ਕੈਸਾ ਹੈ ਉਹ ਤਾਂ ਦੱਸੋ। ਤਾਂ ਉਸ ਵੇਲੇ ਸਿੱਧਾਂ ਦੇ ਸਨਮੁਖ ਸਿੱਧਾਂ ਨੂੰ ਉੱਤਰ ਦਿੰਦਿਆਂ ਹੋਇਆਂ ਇਹ ਦੂਸਰੀ ਵਾਰ ਸੋ ਦਰ ਵਾਲਾ ਸ਼ਬਦ ਉਚਾਰਿਆ ਕਿ ਸੋ ਦਰ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸੰਭਾਲੇ। ਇਹ ਦੂਸਰੀ ਵਾਰ ਸਿੱਧਾਂ ਦੇ ਸਨਮੁਖ ਉਚਾਰਿਆ। ਤੀਸਰੀ ਵਾਰ ਜਦੋਂ ਬੇਬੇ ਨਾਨਕੀ ਜੀ ਨੇ ਬੇਨਤੀ ਕੀਤੀ ਸੀ ਕਿ ਵੀਰ ਗੁਰੂ ਨਾਨਕ ਸਾਹਿਬ ਮਹਾਰਾਜ ਜੀਓ, ਜਿਹੜਾ ਉਸ ਪਰਮੇਸ਼ਰ ਦਾ ਜਿਹੜਾ ਸੱਚਖੰਡ ਘਰ ਹੈ, ਦਰ ਹੈ, ਉਹ ਕੈਸਾ ਹੈ, ਉਸ ਦੀ ਬਾਬਤ ਕੋਈ ਉਪਦੇਸ਼ ਬਖਸ਼ਿਸ਼ ਕਰੋ। ਤਾਂ ਤੀਸਰੀ ਵਾਰ ਇਹ ਜਿਹੜਾ ਆਸਾ ਰਾਗ ਦੀ ਪ੍ਰਾਰੰਭਤਾ ਦੇ ਵਿੱਚ ਸ਼ਬਦ ਆਉਂਦਾ ਹੈ, ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸੰਭਾਲੇ, ਇਹ ਜਿਹੜਾ ਸ਼ਬਦ ਉਚਾਰਨ ਕੀਤਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਵੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਜਿਹੜਾ 3 ਵਾਰ ਸ਼ਬਦ ਉਚਾਰਿਆ, ਉਸੇ ਪ੍ਰਕਾਰ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਜਿਹੜੀ ਜਾਪ ਸਾਹਿਬ ਦੀ ਬਾਣੀ ਹੈ ਇਸ ਨੂੰ ਵੀ 3 ਵਾਰ ਉਚਾਰਨ ਕੀਤਾ। ਪਹਿਲੀ ਵਾਰ ਆਪ ਜੀ ਦੀ ਜਿਹੜੀ ਪਾਵਨ ਗੁਰਬਾਣੀ ਹੈ, ਜਦੋਂ ਆਪ ਜੀ ਸਤਿਯੁਗ ਦੇ ਵਿੱਚ ਦੁਸ਼ਟ ਦਮਨ ਦੇ ਰੂਪ ਵਿੱਚ ਜਦੋਂ ਆਪ ਜੀ ਹੇਮਕੁੰਟ ਦੀਆਂ ਪਹਾੜੀਆਂ ਦੇ ਉੱਪਰ ਬੜਾ ਭਾਰੀ ਤਪ ਕਰ ਰਹੇ ਸਨ, ਜਿਸ ਦੀ ਕਥਾ ਆਪ ਹੀ ਸਤਿਗੁਰਾਂ ਨੇ ਆਪਣੀ ਪਾਵਨ ਗੁਰਬਾਣੀ ਦੇ ਵਿੱਚ ਲਿਖੀ ਹੋਈ ਹੈ। ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਿਹ ਬਿਦ ਮੁਹਿਆਨੋ, ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸ਼ੋਭਿਤ ਹੈ ਤਹਾਂ, ਸਪਤ ਸ੍ਰਿੰਗ ਤਿਹ ਨਾਮ ਕਹਾਵਾ ਪੰਡ ਰਾਜ ਜਹ ਜੋਗ ਕਮਾਵਾ, ਤਹ ਹਮ ਅਦਿਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਅਰਾਧੀ। ਕਿ ਅਸੀਂ ਹੇਮਕੁੰਟ ਦੀਆਂ ਪਹਾੜੀਆਂ ਦੇ ਉੱਪਰ ਬੜਾ ਭਾਰੀ ਤਪ ਕੀਤਾ, ਜਿਸ ਜਗ੍ਹਾ ਦੇ ਉੱਪਰ ਜਿਸ ਪਹਾੜੀ ਦੀ ਜਿਹੜੀ ਬਰਫ਼ ਦੀ ਠੰਡ ਹੈ ਉਸ ਦੇ ਨਾਲ ਜਿਹੜੇ ਪੰਡ ਰਾਜੇ ਵਰਗੇ ਜਿਹੜਾ ਪੰਡੂਆਂ ਦਾ ਜਿਹੜਾ ਪਿਤਾ ਹੋਇਆ ਹੈ ਪੰਡ ਰਾਜਾ, ਉਸ ਦਾ ਵੀ ਜਿਹੜਾ ਸਰੀਰ ਹੈ ਉਹ ਗਲ ਗਿਆ ਸੀ। ਉਸ ਜਗ੍ਹਾ ਦੇ ਉੱਪਰ ਜਿੱਥੇ ਆਮ ਕੋਈ ਜੀਵ ਜੰਤੂ ਜਾ ਨਹੀਂ ਸਕਦੇ, ਪਹੁੰਚ ਨਹੀਂ ਸਕਦੇ, ਉਸ ਦੀ ਠੰਡ ਸਹਾਰ ਨਹੀਂ ਸਕਦੇ, ਉੱਥੇ ਬੜਾ ਭਾਰੀ ਤਪ ਕੀਤਾ। ਉੱਥੇ ਤਪ ਕਰਦਿਆਂ ਨੂੰ ਪਰਮੇਸ਼ਰ ਵਾਹਿਗੁਰੂ ਦਾ ਸਾਨੂੰ ਹੁਕਮ ਹੋਇਆ ਕਿ ਤੁਸੀਂ ਮਾਤ ਲੋਕ ਵਿੱਚ ਜਾਣਾ ਹੈ। ਇਹ ਜਦੋਂ ਪਰਮੇਸ਼ਰ ਵਾਹਿਗੁਰੂ ਦੇ ਵੱਲੋਂ ਹੁਕਮ ਆਇਆ ਤੇ ਅਸੀਂ ਪਰਮੇਸ਼ਰ ਵਾਹਿਗੁਰੂ ਦੇ ਸੱਚਖੰਡ ਦਰ ਘਰ ਵਿੱਚ ਗਏ, ਤਾਂ ਉਦੋਂ ਅਸੀਂ ਪਰਮੇਸ਼ਰ ਵਾਹਿਗੁਰੂ ਜੀ ਦੇ ਸਨਮੁਖ ਖੜਿਆਂ ਹੋ ਕਰਕੇ ਇਹ ਪਹਿਲੀ ਵਾਰ ਜਾਪ ਸਾਹਿਬ ਬਾਣੀ ਨੂੰ ਉਚਾਰਨ ਕੀਤਾ ਸੀ। ਅਸੀਂ ਨਮਸਕਾਰਾਂ ਕੀਤੀਆਂ, ਨਮਸਤੁੰ ਅਕਾਲੇ, ਨਮਸਤੁੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਇੱਦਾਂ ਅਸੀਂ ਪਰਮੇਸ਼ਰ ਵਾਹਿਗੁਰੂ ਦੀ ਉਸਤਤ ਕਰਦਿਆਂ ਹੋਇਆਂ ਇਹ ਪਹਿਲੀ ਵਾਰ ਜਿਹੜੀ ਜਾਪ ਸਾਹਿਬ ਬਾਣੀ ਉਚਾਰਨ ਕੀਤੀ। ਤੇ ਉਸ ਤੋਂ ਬਾਅਦ ਸੰਪਰਦਾਇ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਜਿਵੇਂ ਜਿਹੜਾ ਵਿਸ਼ਨੂੰ ਹੈ ਉਸ ਦੇ ਬੇਅੰਤ ਨਾਮ ਲੈ ਕਰਕੇ ਹਿੰਦੂ ਮਤ ਦੇ ਵਿੱਚ ਇੱਕ ਸਹੰਸਰਨਾਮਾ ਗ੍ਰੰਥ ਲਿਖਿਆ ਹੋਇਆ ਹੈ। ਉਸ ਦੇ ਵਿੱਚ ਵਿਸ਼ਨੂੰ ਭਗਵਾਨ ਦੇ ਬੇਅੰਤ ਨਾਮਾਂ ਦਾ ਜ਼ਿਕਰ ਕੀਤਾ ਗਿਆ ਹੈ। ਉਸੇ ਤਰ੍ਹਾਂ ਹੀ ਸ੍ਰੀ ਜਾਪ ਸਾਹਿਬ ਬਾਣੀ ਦੇ ਅੰਦਰ ਬੇਅੰਤ ਨਾਮ ਆਏ ਨੇ।
ਜਿਵੇਂ ਜਪਜੀ ਸਾਹਿਬ ਜੀ ਦੇ ਅੰਦਰ ਬਚਨ ਆਉਂਦੇ ਨੇ, ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ। ਇਸੇ ਤਰ੍ਹਾਂ ਹੀ ਇਸ ਪਾਵਨ ਬਾਣੀ ਦੇ ਅੰਦਰ ਬੇਅੰਤ ਨਾਮ ਹੋਣ ਕਰਕੇ ਕਈ ਵਿਦਵਾਨ ਔਰ ਸੰਪਰਦਾਇ ਦੇ ਅੰਦਰ ਇਸ ਨੂੰ ਸਹਸਰਨਾਮਾ ਗ੍ਰੰਥ ਕਰਕੇ ਵੀ ਆਖਿਆ ਜਾਂਦਾ ਹੈ। ਸੋ ਇਸ ਪ੍ਰਕਾਰ ਪਹਿਲੀ ਵਾਰ ਸਤਿਗੁਰਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਸਨਮੁਖ ਇਸ ਬਾਣੀ ਨੂੰ ਉਚਾਰਿਆ। ਦੂਸਰੀ ਵਾਰ ਇਹ ਜਿਹੜੀ ਬਾਣੀ ਹੈ ਆਪ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਵਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਤਖਤ ਦੇ ਉੱਪਰ ਸੁਭਾਏਮਾਨ ਹੋਏ ਸਨ ਤੇ ਸੁਭਾਏਮਾਨ ਹੋਇਆਂ ਆਪ ਜੀ ਵੀਰ ਆਸਣ ਲਾ ਕੇ ਬੈਠੇ ਹੋਏ ਸਨ। ਉਸ ਵੇਲੇ ਆਪ ਜੀ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ, ਜਿਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਪਾਵਨ ਸ੍ਰੀ ਜਪਜੀ ਸਾਹਿਬ ਬਾਣੀ ਉਚਾਰਨ ਕੀਤੀ ਹੈ, ਆਪ ਵੀ ਕੋਈ ਆਪਣੇ ਮੁਖਾਰ ਬਿੰਦ ਤੋਂ ਸੁੰਦਰ ਮੁਖਾਰ ਬਿੰਦ ਤੋਂ ਕੋਈ ਜਿਹੜੀ ਬਾਣੀ ਹੈ ਉਸ ਨੂੰ ਉਚਾਰਨ ਕਰੋ, ਜਿਸ ਨੂੰ ਗੁਰਸਿੱਖ ਪੜ੍ਹ ਸੁਣ ਕਰਕੇ ਪਰਮੇਸ਼ਰ ਵਾਹਿਗੁਰੂ ਦੀ ਉਸਤਤ ਸਿਫਤ ਸ਼ਲਾਘਾ ਕਰਨ। ਤਾਂ ਸਤਿਗੁਰਾਂ ਨੇ ਗੁਰਸਿੱਖਾਂ ਦੀ ਬੇਨਤੀ ਸੁਣ ਕਰਕੇ ਇਹ ਬਚਨ ਆਖੇ ਕਿ ਇਹ ਭਾਈ ਗੁਰਸਿੱਖੋ, ਜਿਵੇਂ ਅਸੀਂ ਪਿਛਲੇ ਜਨਮ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੇ ਸਨਮੁਖ ਖੜਿਆਂ ਹੋ ਕਰਕੇ ਉਸਤਤ ਵਡਿਆਈ ਰੂਪ ਦੇ ਅੰਦਰ ਜੋ ਬਾਣੀ ਉਚਾਰਨ ਕੀਤੀ ਸੀ, ਉਹ ਉਸਤਤ ਰੂਪ ਬਾਣੀ ਅਸੀਂ ਹੁਣ ਤੁਹਾਡੇ ਤਾਈਂ ਸੁਣਾ ਦਿੰਦੇ ਹਾਂ। ਸੋ ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਜਿਹੜੀ ਪਾਵਨ ਗੁਰਬਾਣੀ ਹੈ ਸ੍ਰੀ ਜਾਪ ਸਾਹਿਬ ਦੀ, ਇਹ ਦੂਸਰੀ ਵਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਸ਼ੋਭਿਤ ਹੋ ਕਰਕੇ ਗੁਰਸਿੱਖਾਂ ਦੀ ਬੇਨਤੀ ਮੰਨ ਕਰਕੇ ਉਚਾਰਨ ਕੀਤੀ ਔਰ ਨਾਲ ਹੀ ਇਸ ਨੂੰ ਲਿਖਵਾਇਆ। ਸੋ ਇਸ ਪ੍ਰਕਾਰ ਇਹ ਹੈ ਦੂਸਰੀ ਵਾਰ ਇਹ ਪਾਵਨ ਗੁਰਬਾਣੀ ਉਚਾਰਨ ਕਰਨ ਦਾ ਸਮਾਂ। ਸੋ ਇਸੇ ਪ੍ਰਕਾਰ ਜਦੋਂ ਤੀਸਰੇ ਵਾਰ ਇਹ ਜਿਹੜੀ ਜਾਪ ਸਾਹਿਬ ਦੀ ਬਾਣੀ ਕਦੋਂ ਉਚਾਰਨ ਕੀਤੀ, ਜਿਸ ਸਮੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਵਨ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਹਾਨ ਖਾਲਸੇ ਪੰਥ ਦੀ ਸਾਜਨਾ ਦਾ ਜੋ ਇੱਕ ਮਹਾਨ ਕੁੰਭ ਰਚਿਆ, ਉਸ ਵੇਲੇ ਵੀ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਵਨ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਸੀ, ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਸ੍ਰੀ ਜਪ ਬਾਣੀ ਉਸ ਨੂੰ ਪੜ੍ਹਿਆ। ਉਸ ਤੋਂ ਬਾਅਦ ਸ੍ਰੀ ਜਾਪ ਸਾਹਿਬ ਬਾਣੀ ਨੂੰ ਪੜ੍ਹਿਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਸਤਿਗੁਰਾਂ ਨੇ ਪੰਜਾਂ ਸਿੰਘਾਂ ਦੇ ਸੀਸ ਧੜ ਤੋਂ ਜੁਦਾ ਕੀਤੇ, ਇਹ ਜਿਹੜੇ ਪੰਜ ਬਾਣੀਆਂ ਨੇ ਸ੍ਰੀ ਜਪਜੀ ਸਾਹਿਬ, ਦੂਸਰੇ ਨੰਬਰ 'ਤੇ ਜਾਪ ਸਾਹਿਬ ਉਚਾਰਨ ਕੀਤੀ, ਤੀਸਰੇ ਨੰਬਰ 'ਤੇ ਸੁਧਾ ਸਵਈਏ, ਚੌਥੇ ਨੰਬਰ 'ਤੇ ਚੌਪਈ ਸਾਹਿਬ ਬਾਣੀ, ਪੰਜਵੇਂ ਨੰਬਰ 'ਤੇ ਸ੍ਰੀ ਆਨੰਦ ਸਾਹਿਬ ਦੀ ਬਾਣੀ ਉਚਾਰਨ ਕੀਤੀ। ਇਸ ਪ੍ਰਕਾਰ ਪੰਜਾਂ ਬਾਣੀਆਂ ਦਾ ਜਾਪ ਕਰਕੇ ਅੰਮ੍ਰਿਤ ਤਿਆਰ ਕੀਤਾ ਔਰ ਜਿਹੜੇ ਗੁਰਸਿੱਖ ਪੰਜ ਪਿਆਰੇ ਸਨ, ਭਾਈ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੁਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ, ਉਹਨਾਂ ਦੇ ਜਦੋਂ ਸੀਸ ਉੱਪਰ ਪਾਇਆ ਤੇ ਉਹਨਾਂ ਨੂੰ ਇਸ ਪ੍ਰਕਾਰ ਜੀਵਨ ਦਾਨ ਦਿੱਤਾ, ਜਿਸ ਪ੍ਰਕਾਰ ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦੇ ਨੇ ਕਿ ਸਤਿਗੁਰ ਮੇਰਾ ਮਾਰ ਜੀਵਾਲੈ, ਜਾਂ ਇਸ ਪ੍ਰਕਾਰ ਬਚਨ ਆਉਂਦੇ ਨੇ ਕਿ ਮਿਰਤਕ ਕੋ ਪਾਇਓ ਤਨ ਸਾਸਾ ਬਿਸ਼ਰੁਤ ਆਨ ਮਿਲਾਇਆ। ਸੋ ਸਤਿਗੁਰਾਂ ਨੇ ਪਾਵਨ ਅੰਮ੍ਰਿਤ ਜਦੋਂ ਸੀਸ ਦੇ ਉੱਪਰ ਪਾਇਆ ਤੇ ਉਹ ਜਿਹੜੇ ਮੋਏ ਹੋਏ ਸ਼ਹੀਦ ਹੋਏ ਜਿਹੜੇ ਪੰਜ ਪਿਆਰੇ ਸਨ, ਉਹਨਾਂ ਨੂੰ ਪੁਨः ਜਿਹੜਾ ਸੁਰਜੀਤ ਕੀਤਾ। ਸੋ ਇਸ ਪ੍ਰਕਾਰ ਸਤਿਗੁਰਾਂ ਨੇ ਤੀਸਰੀ ਵਾਰ ਇਹ ਜਿਹੜੀ ਜਾਪ ਸਾਹਿਬ ਬਾਣੀ ਹੈ, ਇਸ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਦਿਵਸ ਸਮੇਂ ਇਸ ਪਾਵਨ ਗੁਰਬਾਣੀ ਨੂੰ ਉਚਾਰਿਆ, ਜਿਸ ਦਾ ਜ਼ਿਕਰ ਜਦੋਂ ਅਸੀਂ ਸ੍ਰੀ ਗੁਰੂ ਪੰਥ ਪ੍ਰਕਾਸ਼ ਪੜ੍ਹਦੇ ਹਾਂ, ਉਸ ਵਿੱਚ ਵੀ ਇਹ ਪਾਵਨ ਬਚਨ ਆਉਂਦੇ ਨੇ, ਜਪ ਜੀ ਆਓ ਜਾਪ ਜੀ ਕੋ,
ਦਸਹੂੰ ਸਵਈਏ ਪੁਨ ਚੌਪਈ ਅਲਾਏ ਕੈ, ਆਨੰਦ ਉਚਾਰ ਅਰਦਾਸ ਕਰਕੇ ਸੁਧਾਰ, ਅੰਮ੍ਰਿਤ ਤਿਆਰ ਗੁਰ ਐਸ ਬਿਦ ਕੀਨੋ ਹੈ। ਕਿ ਸਤਿਗੁਰਾਂ ਨੇ ਇਹ ਪੰਜਾਂ ਬਾਣੀਆਂ ਦਾ ਪਾਠ ਕਰਕੇ ਫਿਰ ਅਰਦਾਸ ਕੀਤੀ। ਇੱਥੇ ਇਹ ਵੀ ਗੱਲ ਜ਼ਿਕਰ ਯੋਗ ਹੈ ਕਿ ਜਿਹੜੀ ਆਪਾਂ ਅਰਦਾਸ ਕਰਦੇ ਹਾਂ ਉਸ ਦੀ ਜਿਹੜੀ ਪਹਿਲੀ ਪੌੜੀ ਦਾ ਪਾਠ ਹੈ ਉਹ ਵੀ ਦਸਮ ਗ੍ਰੰਥ ਦੀ ਬਾਣੀ ਹੈ। ਜਿਵੇਂ ਜਿਹੜੀ ਚੰਡੀ ਦੀ ਵਾਰ ਹੈ ਉਸ ਦੀ ਪਹਿਲੀ ਪੌੜੀ ਅਰਦਾਸ ਦੇ ਵਿੱਚ ਸ਼ਾਮਲ ਕੀਤੀ ਗਈ ਹੈ। ਸੋ ਇਸ ਪ੍ਰਕਾਰ ਜਿੱਥੇ ਅਸੀਂ ਦੂਸਰੀ ਬਾਣੀ ਜਾਪ ਸਾਹਿਬ ਪੜ੍ਹਦੇ ਹਾਂ, ਤੀਸਰੀ ਬਾਣੀ ਜਿਹੜੀ ਸੁਧਾ ਸਵਈਏ ਇਹ ਵੀ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਵਿੱਚ ਅੰਕਿਤ ਹੈ। ਚੌਪਈ ਸਾਹਿਬ ਬਾਣੀ ਵੀ ਇਸ ਦਸਮ ਬਾਣੀ ਦੇ ਵਿੱਚ ਅੰਕਿਤ ਹੈ। ਔਰ ਇਸੇ ਪ੍ਰਕਾਰ ਜਿਹੜੀ ਅਰਦਾਸ ਹੈ ਇਹ ਵੀ ਦਸਮ ਬਾਣੀ ਦੇ ਵਿੱਚ ਅੰਕਿਤ ਹੈ। ਸੋ ਸਤਿਗੁਰਾਂ ਨੇ ਤੀਸਰੀ ਵਾਰ ਇਹ ਜਿਹੜੀ ਬਾਣੀ ਹੈ ਇਸ ਨੂੰ ਅੰਮ੍ਰਿਤ ਤਿਆਰ ਕਰਨ ਵੇਲੇ ਉਚਾਰਨ ਕੀਤਾ। ਸੋ ਕਈ ਵਿਦਵਾਨਾਂ ਦਾ ਇਹ ਵੀ ਖਿਆਲ ਹੈ ਕਿ ਜਿਹੜੀ ਸ੍ਰੀ ਜਾਪ ਸਾਹਿਬ ਦੀ ਬਾਣੀ ਹੈ ਇਸ ਨੂੰ ਸਤਿਗੁਰਾਂ ਨੇ ਪਾਉਂਟਾ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਉਚਾਰਨ ਕੀਤਾ। ਪਰ ਇਸ ਦੇ ਵਿੱਚ ਜਿਹੜੀ ਬਹੁਮਤ ਹੈ ਜਾਂ ਜਿਹੜੀ ਸੰਪਰਦਾਈ ਵਿਚਾਰਧਾਰਾ ਹੈ, ਜਿਵੇਂ ਇੱਕ ਸੰਤ ਨਿਰਮਲ ਸਿੰਘ ਜੀ ਹੋਏ ਨੇ, ਉਹਨਾਂ ਨੇ ਇਸ ਪਾਵਨ ਗੁਰਬਾਣੀ ਨੂੰ ਸ੍ਰੀ ਪਾਉਂਟਾ ਸਾਹਿਬ ਉਚਾਰਨ ਕਰਨ ਦਾ ਜਿਹੜਾ ਸਥਾਨ ਲਿਖਿਆ ਹੈ। ਪਰ ਸੰਪਰਦਾਈ ਵਿਚਾਰਧਾਰਾ ਦੇ ਅਨੁਸਾਰ ਇਹ ਜਿਹੜੀ ਪਾਵਨ ਸ੍ਰੀ ਜਾਪ ਸਾਹਿਬ ਦੀ ਬਾਣੀ ਹੈ ਇਸ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਚਾਰਨ ਕੀਤਾ ਸੀ। ਸੋ ਇਸ ਪ੍ਰਕਾਰ ਇਹ ਪਾਵਨ ਗੁਰਬਾਣੀ ਦੇ ਉਚਾਰਨ ਕਰਨ ਦੇ ਸੰਬੰਧ ਦੇ ਵਿੱਚ 3 ਉਥਾਨਕਾਵਾਂ ਜਿਹੜੀਆਂ ਸੰਪਰਦਾਵਾਂ ਵਿੱਚ ਦੱਸੀਆਂ ਜਾਂਦੀਆਂ ਨੇ। ਸੋ ਇਸ ਤੋਂ ਬਾਅਦ ਵਿਚਾਰ ਆਉਂਦੀ ਹੈ ਕਿ ਇਹ ਜਿਹੜੀ ਸ੍ਰੀ ਜਾਪ ਸਾਹਿਬ ਦੀ ਬਾਣੀ ਹੈ ਕਿ ਇਸ ਦੇ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਅਰਥ ਵੀ ਪੜ੍ਹਾਏ ਸਨ ਜਾਂ ਨਹੀਂ। ਜਿਵੇਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨ ਅਰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਸੁਸ਼ੋਭਿਤ ਹੋ ਕਰਕੇ 48 ਸਿੰਘਾਂ ਨੂੰ ਜਿਹੜੀ ਸੰਪੂਰਨ ਗੁਰਬਾਣੀ ਕੰਠੋਂ ਉਚਾਰਨ ਕਰਕੇ ਤੇ ਨਾਲ ਉਸ ਦੇ ਅਰਥ ਕੀਤੇ ਸਨ। ਕੀ ਇਸੇ ਤਰ੍ਹਾਂ ਜਾਪ ਸਾਹਿਬ ਬਾਣੀ ਦੇ ਜਾਂ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਬਾਣੀ ਦੇ ਸਤਿਗੁਰਾਂ ਨੇ ਅਰਥ ਵੀ ਕਰਵਾਏ ਸਨ ਜਾਂ ਨਹੀਂ, ਉਸ ਦੀ ਬਾਬਤ ਸੰਪਰਦਾਈ ਵਿਚਾਰਧਾਰਾ ਇਸ ਪ੍ਰਕਾਰ ਹੈ ਕਿ ਜਿਸ ਸਮੇਂ ਖਾਲਸਾ ਪੰਥ ਦੀ ਸਾਜਨਾ ਹੋ ਗਈ ਉਸ ਵੇਲੇ ਬੇਅੰਤ ਖਾਲਸਾ ਪ੍ਰਗਟ ਹੋਣ ਲੱਗਾ। ਇੱਕ ਵਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਜਮਾਨ ਸਨ। ਜੋ ਗੁਰਤਾ ਗੱਦੀ ਤਖਤ ਹੈ ਉਸ ਦੇ ਉੱਪਰ ਸੁਸ਼ੋਭਿਤ ਹੋ ਰਹੇ ਸਨ। ਉਸ ਵੇਲੇ ਆਪ ਜੀ ਦੇ ਪਾਸ ਕੁਝ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ, ਉਹਨਾਂ ਗੁਰਸਿੱਖਾਂ ਦੇ ਜਿਹੜੇ ਨਾਮ ਨੇ ਸੰਪਰਦਾਇ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪਹਿਲੇ ਨੰਬਰ 'ਤੇ 5 ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੁਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ, ਇਹ 5 ਸਿੰਘ। ਤੇ 6ਵੇਂ ਸਨ ਭਾਈ ਪਿਰਥੀ ਸਿੰਘ ਜੀ, 7ਵੇਂ ਭਾਈ ਗੁਰਬਖਸ਼ ਸਿੰਘ ਜੀ, 8ਵੇਂ ਨੰਬਰ 'ਤੇ ਜਿਹੜੇ ਭਾਈ ਮਾਨ ਸਿੰਘ ਜੀ, ਔਰ ਇਸੇ ਪ੍ਰਕਾਰ 9ਵੇਂ ਨੰਬਰ 'ਤੇ ਭਾਈ ਜੀਵਨ ਸਿੰਘ ਜੀ, ਔਰ 10ਵੇਂ ਨੰਬਰ 'ਤੇ ਭਾਈ ਨਿਹਾਲ ਸਿੰਘ ਜੀ, 11ਵੇਂ ਨੰਬਰ 'ਤੇ ਭਾਈ ਬੁੱਧ ਸਿੰਘ ਜੀ, ਔਰ 12ਵੇਂ ਨੰਬਰ 'ਤੇ ਭਾਈ ਮੋਹਰ ਸਿੰਘ ਜੀ। ਇਹ ਜਿਹੜੇ 12 ਸਿੰਘ ਸਨ, ਇਹਨਾਂ ਨੇ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ ਕਿ ਸਤਿਗੁਰੂ ਜੀਓ, ਇਸ ਸ੍ਰੀ ਜਾਪ ਸਾਹਿਬ ਦੀ ਪਾਵਨ ਗੁਰਬਾਣੀ ਦੇ ਸਾਨੂੰ ਅਰਥ ਕਰਕੇ ਸੁਣਾਓ। ਤਾਂ ਉਸ ਵੇਲੇ ਸਤਿਗੁਰਾਂ ਨੇ ਇਹਨਾਂ ਗੁਰਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇਹਨਾਂ 12 ਗੁਰਸਿੱਖਾਂ ਨੂੰ ਸਤਿਗੁਰਾਂ ਨੇ ਇਸ ਪਾਵਨ ਗੁਰਬਾਣੀ ਦੇ ਪਹਿਲੀ ਵਾਰ ਇਹ ਜਿਹੜੇ ਅਰਥ ਸਨ ਜਾਪ ਸਾਹਿਬ ਬਾਣੀ ਦੇ ਪੜ੍ਹਾਏ। ਤੇ ਨਾਲ ਭਾਈ ਮੋਹਰ ਸਿੰਘ ਜੀ ਜਿਹੜੇ ਨੇ ਉਹਨਾਂ ਨੇ ਇਹ ਜਿਹੜੇ ਪਾਵਨ ਅਰਥ ਉਹਨਾਂ ਨੂੰ ਲਿਖਣਾ ਕੀਤਾ। ਭਾਵ ਪਹਿਲਾ ਜਿਹੜਾ ਜਾਪ ਸਾਹਿਬ ਦਾ ਟੀਕਾ ਹੈ, ਅਰਥ ਨੇ, ਉਹ ਭਾਈ ਮੋਹਰ ਸਿੰਘ ਜੀ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਸੁਣ ਕੇ ਨਾਲੇ ਅਰਥ ਪੜ੍ਹੇ ਤੇ ਨਾਲੇ ਅੱਗੇ ਲਿਖਣਾ ਵੀ ਕੀਤੇ ਹੋਰ ਗੁਰਸਿੱਖਾਂ ਦੇ ਲਾਭ ਦੇ ਲਈ। ਸੋ ਇਸ ਪ੍ਰਕਾਰ ਇਹ ਸੀ
ਜੋ ਸ੍ਰੀ ਜਾਪ ਸਾਹਿਬ ਜੀ ਦੇ ਅਰਥ ਪੜ੍ਹਾਉਣ ਦੀ ਬਾਬਤ। ਸੋ ਇਸ ਤੋਂ ਬਾਅਦ ਇੱਥੋਂ ਤੱਕ ਤਾਂ ਸ੍ਰੀ ਜਾਪ ਸਾਹਿਬ ਜੀ ਦੇ ਉਚਾਰਨ ਕਰਨ ਦੀ ਔਰ ਜਾਪ ਸਾਹਿਬ ਦੇ ਅਰਥ ਕਰਨ ਦੀ ਵਿਚਾਰ ਹੈ। ਇਸ ਤੋਂ ਬਾਅਦ ਇਹ ਜਿਹੜੀ ਸੰਪੂਰਨ ਗੁਰਬਾਣੀ ਹੈ, ਇਸ ਦੇ ਲਿਖਣ ਦਾ ਕੀ ਸਬੱਬ ਬਣਿਆ ਸੀ, ਇਸ ਦੀ ਬਾਬਤ ਜਦੋਂ ਆਪ ਜੀ ਦੇ ਹਜ਼ੂਰੀ ਦੇ ਅੰਦਰ ਬੇਅੰਤ ਜਿਹੜੇ ਕਵੀ, ਸਿਆਣੇ ਜਿਹੜੇ ਗੁਰਸਿੱਖ ਔਰ ਹੋਰ ਮੱਤਾਂ ਦੇ ਜਿਹੜੇ ਕਵੀ ਆਪ ਜੀ ਦੇ ਪਾਸ ਰਹਿਆ ਕਰਦੇ ਸਨ, ਉਸ ਵੇਲੇ ਜਦੋਂ ਜਿਹੜਾ ਚੰਦਨ ਰਾਏ ਕਵੀ ਹੈ ਤੇ ਨਾਲ ਭਾਈ ਧੰਨਾ ਸਿੰਘ ਜੀ ਦਾ ਜੋ ਪ੍ਰਸੰਗ ਗੁਰ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਭਾਈ ਧੰਨਾ ਜੀ ਨੇ ਬੜੇ ਸ਼ਾਨਦਾਰ ਜਿਹੜੇ ਅਰਥ ਨੇ ਉਹ ਚੰਦਨ ਰਾਏ ਨੂੰ ਕਰਕੇ ਸੁਣਾਏ। ਇਸ ਪ੍ਰਕਾਰ ਜਿਹੜਾ ਬੜਾ ਆਪਣੇ ਆਪ ਨੂੰ ਚੰਦਨ ਰਾਏ ਕਵੀ ਮਹਾਨ ਸਮਝਦਾ ਸੀ, ਉਸ ਨੂੰ ਜਦੋਂ ਇੱਕ ਆਮ ਜਿਹੇ ਭਾਈ ਧੰਨਾ ਜੀ ਨੇ ਜਦੋਂ ਅਰਥ ਸੁਣਾ ਦਿੱਤੇ, ਜਿਵੇਂ ਚੰਦਨ ਰਾਏ ਨੇ ਇੱਕ ਜਿਹੜਾ ਕਾਵ ਰਚਨਾ ਸੀ ਉਸ ਨੂੰ ਰਚਨਾ ਕੀਤਾ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਆਣ ਕੇ ਆਖਣ ਲੱਗਾ ਕਿ ਇਸ ਮੇਰੀ ਰਚਨਾ ਦੇ ਤੁਹਾਡੇ ਕਵੀ ਦਰਬਾਰ ਦੇ ਵਿੱਚੋਂ ਕੋਈ ਵੀ ਅਰਥ ਨਹੀਂ ਕਰ ਸਕਦੇ। ਉਹ ਜਿਹੜਾ ਸਵਈਆ ਸੀ ਉਸ ਦੇ ਬਚਨ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖੇ ਨੇ ਕਿ ਨਵਸਾਤ ਦੀਏ ਨਵਸਾਤ ਕੀਏ, ਨਵਸਾਤ ਪੀਏ ਨਵਸਾਤ ਪਿਆਏ, ਨਵਸਾਤ ਰਚੇ ਨਵਸਾਤ ਬਚੇ, ਨਵਸਾਤ ਪਿਆਏ ਦਾਇਕ ਪਾਏ, जीत कला नवसातन की नवसातन के मुख अंचर छाए, मानो मेघ की मंडल में कव चंदन चंद कलेवर छाए। इस प्रकार ये ਜਦੋਂ ਸਵਈਆ ਉਚਾਰਨ ਕੀਤਾ ਤੇ ਨਾਲ ਆਖਿਆ ਕਿ ਇਸ ਤੇ ਕੋਈ ਵੀ ਅਰਥ ਨਹੀਂ ਕਰ ਸਕਦਾ, ਤਾਂ ਉਸ ਵੇਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਕਿ ਇਸ ਦੇ ਜਿਹੜੇ ਅਰਥ ਨੇ ਉਹ ਸਾਡੇ ਕਵੀਆਂ ਨੂੰ ਛੱਡੋ, ਸਾਡੇ ਜਿਹੜੇ ਇਹਨਾਂ ਕਵੀਆਂ ਦੇ ਜਿਹੜੇ ਘੋੜੇ ਨੇ ਉਹਨਾਂ ਨੂੰ ਜਿਹੜੇ ਸਾਂਭਣ ਵਾਲੇ ਘਾਹੀ ਨੇ, ਜਿਨ੍ਹਾਂ ਨੇ ਕਦੇ ਕੋਈ ਆਮ ਬਹੁਤੀ ਵਿੱਦਿਆ ਨਹੀਂ ਪੜ੍ਹੀ, ਜਿਨ੍ਹਾਂ ਨੇ ਕੋਈ ਆਮ ਬਹੁਤੀਆਂ ਰਚਨਾਵਾਂ ਨਹੀਂ ਰਚੀਆਂ, ਉਹ ਵੀ ਇਸ 'ਤੇ ਅਰਥ ਕਰ ਸਕਦੇ ਨੇ। ਤਾਂ ਉਸ ਵੇਲੇ ਸਤਿਗੁਰਾਂ ਨੇ ਇੱਕ ਗੁਰਸਿੱਖ ਨੂੰ ਭੇਜ ਕੇ ਭਾਈ ਧੰਨਾ ਸਿੰਘ ਜੀ ਨੂੰ ਬੁਲਾਇਆ, ਜਿਹੜੇ ਉਸ ਸਮੇਂ ਘੋੜਿਆਂ ਦੀ ਲਿੱਦ ਸਿੱਟ ਰਹੇ ਸਨ। ਉਹਨਾਂ ਨੇ ਆਖਿਆ ਕਿ ਨਹੀਂ, ਹੁਣ ਮੇਰੇ ਇਸ ਸੇਵਾ ਕਰਨ ਦਾ ਸਮਾਂ ਹੈ। ਤਾਂ ਉਸ ਗੁਰਸਿੱਖ ਨੇ ਆਖਿਆ ਕਿ ਨਹੀਂ ਭਾਈ ਗੁਰਸਿੱਖਾ, ਤੈਨੂੰ ਸਤਿਗੁਰਾਂ ਨੇ ਆਪਣੀ ਹਜ਼ੂਰੀ ਦੇ ਅੰਦਰ ਜ਼ਰੂਰੀ ਕੰਮ ਲਈ ਸੱਦਿਆ ਹੈ। ਤਾਂ ਉਸ ਵੇਲੇ ਆਖਿਆ ਕਿ ਜੇ ਸਤਿਗੁਰਾਂ ਨੇ ਸੱਦਿਆ ਹੈ ਤਾਂ ਮੈਂ ਚਲਾ ਜਾਂਦਾ ਹਾਂ। ਤਾਂ ਉਸ ਵੇਲੇ ਜਦੋਂ ਸਤਿਗੁਰਾਂ ਦੇ ਪਾਸ ਆਣ ਕਰਕੇ ਫਤਿਹ ਬੁਲਾਈ ਤਾਂ ਸਤਿਗੁਰਾਂ ਨੇ ਆਖਿਆ ਕਿ ਇਹ ਜਿਹੜਾ ਕਵੀ ਹੈ ਇਹ ਆਪਣਾ ਇੱਕ ਸਵਈਆ ਲੈ ਕੇ ਆਇਆ ਹੈ, ਇਸ ਦੇ ਅਰਥ ਕਹਿੰਦਾ ਕਿਸੇ ਕੋਲੋਂ ਨਹੀਂ ਹੋਣੇ। ਤਾਂ ਉਸ ਵੇਲੇ ਆਖਿਆ ਕਿ ਭਾਈ ਧੰਨਾ ਸਿੰਘ ਜੀ ਤੁਸੀਂ ਇਸ ਦੇ ਅਰਥ ਕਰਕੇ ਸੁਣਾਓ। ਤਾਂ ਉਸ ਵੇਲੇ ਜਦੋਂ ਉਸ ਚੰਦਨ ਰਾਏ ਕਵੀ ਨੇ ਫਿਰ ਉਹੀ ਸਵਈਆ ਬੋਲਿਆ ਤੇ ਭਾਈ ਧੰਨਾ ਜੀ ਕਹਿਣ ਲੱਗੇ ਕਿ ਇਹ ਕਵੀ ਚੰਦਨ ਰਾਏ, ਇਸ ਦੇ ਅੰਦਰ ਤੇ ਕੋਈ ਪਰਮੇਸ਼ਰ ਦੀ ਉਸਤਤ ਹੈ ਹੀ ਨਹੀਂ, ਇਹ ਤਾਂ ਇੱਕ ਆਮ ਜਿਹੜੇ ਕੋਈ ਸੰਸਾਰੀ ਤੌਰ 'ਤੇ ਜਿਹੜੀਆਂ ਕੋਈ ਇਸਤਰੀਆਂ ਨੇ ਉਹਨਾਂ ਦੀ ਜਿਹੜੀ ਇਹ ਇਸ ਦੇ ਅੰਦਰ ਉਸਤਤੀ ਲਿਖੀ ਹੈ ਉਹਨਾਂ ਦਾ ਜ਼ਿਕਰ ਕੀਤਾ ਹੋਇਆ। ਤਾਂ ਉਸ ਵੇਲੇ ਚੰਦਨ ਰਾਏ ਨੇ ਆਖਿਆ ਕਿ ਭਾਵੇਂ ਕਿਸੇ ਦੀ ਉਸਤਤ ਹੋਵੇ, ਤੁਸੀਂ ਤਾਂ ਅਰਥ ਕਰਨੇ ਨੇ, ਤੁਸੀਂ ਅਰਥ ਕਰਕੇ ਸੁਣਾ ਦਿਓ। ਭਾਈ ਧੰਨਾ ਸਿੰਘ ਜੀ ਨੇ ਉਸ ਸਵਈਏ ਨੂੰ ਸੁਣ ਕੇ ਅਰਥ ਕੀਤੇ ਕਿ ਨਵਸਾਤ ਤੀਏ ਨਵਸਾਤ ਕੀਏ, ਕਿ ਇੱਕ 9 ਤੇ 7 16 ਸਾਲਾਂ ਦੀ ਧੀਏ ਇਸਤਰੀ ਹੈ, ਉਸ ਨੇ ਨਵਸਾਤ ਕੀਏ, ਉਸ ਨੇ ਆਪਣੇ ਸਰੀਰ ਦੇ ਉੱਪਰ ਜਿਹੜੇ 9 ਤੇ 7 16 ਸ਼ਿੰਗਾਰ ਨੇ ਉਹਨਾਂ ਨੂੰ ਕਰਨਾ ਕੀਤਾ। ਨਵਸਾਤ ਪੀਏ, ਅਤੇ ਉਸ ਦਾ ਕਹਿੰਦੇ 16 ਸਾਲਾਂ ਦਾ ਜਿਹੜਾ ਪਤੀ ਸੀ ਉਹ ਨਵਸਾਤ ਪੀਏ, ਉਹ 16 ਮਹੀਨਿਆਂ ਬਾਅਦ ਪ੍ਰਦੇਸ਼ ਤੋਂ ਘਰ ਆਇਆ। ਨਵਸਾਤ ਪਿਆਏ, ਉਸ ਨੇ ਕਹਿੰਦੇ ਕਿ ਆਪਣੇ ਪਤੀ ਨੂੰ ਜਿਹੜੇ 16 ਪ੍ਰਕਾਰ ਦੇ ਭੋਜਨ ਸਨ, ਕੋਈ ਤਰਲ ਪਦਾਰਥ ਸਨ, ਉਹਨਾਂ ਨੂੰ ਪਿਆਉਣਾ ਕੀਤਾ। ਅੱਗੇ ਭਾਈ ਧੰਨਾ ਸਿੰਘ ਜੀ ਨੇ ਆਖਿਆ ਕਿ ਨਵਸਾਤ ਰਚੇ ਨਵਸਾਤ ਬਚੇ, ਕਹਿੰਦੇ ਕਿ ਉਸ ਸਮੇਂ ਉਹਨਾਂ ਪਤੀ ਪਤਨੀ ਨੇ ਘਰ ਦੇ ਵਿੱਚ ਇਕੱਠਿਆਂ ਹੋ ਕਰਕੇ ਜਿਹੜਾ ਨਵਸਾਤ ਰਚੇ, ਜਿਹੜੀਆਂ 16 ਘਰਾਂ ਵਾਲੀ ਚੌਪੜਬਾਜ਼ੀ ਹੈ, ਭਾਵ ਜਿਹੜੀ ਸ਼ਤਰੰਜ ਹੈ, ਉਸ ਨੂੰ ਖੇਡਣਾ ਕੀਤਾ। ਅਤੇ ਉਸ ਵੇਲੇ ਕੀ ਹੋਇਆ, ਨਵਸਾਤ ਪਿਆਏ ਦਾਇਕ ਪਾਏ, ਅਤੇ ਉਸ ਵੇਲੇ ਜਦੋਂ 16 ਨਰਦਾਂ ਵਾਲੀ ਜਿਹੜੀ ਬਾਜੀ ਜਦੋਂ ਇਸਤਰੀ ਨੇ ਜਿੱਤੀ, ਅਤੇ ਉਸ ਨੇ
ਜਿਹੜੇ 16 ਆਨੇ ਸੀ ਉਹਨਾਂ ਨੂੰ ਜਿੱਤ ਕੇ ਬਹੁਤ ਖੁਸ਼ੀ ਪ੍ਰਾਪਤ ਕੀਤੀ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਜੀਤ ਕਲਾ ਨਵਸਤਨ ਕੀ। ਉਸ ਤੋਂ ਬਾਅਦ ਉਸ ਦੇ ਕਵੀ ਨੇ ਜਦੋਂ ਆਪਣੀ ਇਸਤਰੀ ਨੂੰ ਹਰਾ ਦਿੱਤਾ, ਜਿਹੜਾ ਪਤੀ ਸੀ ਉਸ ਨੇ ਜਦੋਂ ਆਪਣੀ ਇਸਤਰੀ ਨੂੰ ਹਰਾਇਆ ਤੇ ਉਸ ਵੇਲੇ ਨਵਸਤਨ ਕੇ ਮੁਖ ਅੰਚਰ ਛਾਏ। ਤੇ ਜਿਹੜੀ 16 ਸਾਲਾਂ ਦੀ ਇਸਤਰੀ ਹੈ ਉਹ ਆਪਣਾ ਹਾਰ ਦਾ ਮੁਖ ਦੇਖ ਕੇ ਉਸ ਨੇ ਸ਼ਰਮ ਦੇ ਨਾਲ ਆਪਣਾ ਜਿਹੜਾ ਅੰਚਰ, ਜਿਹੜਾ ਮੂੰਹ ਸੀ, ਉਸ ਨੂੰ ਢੱਕ ਲਿਆ। ਤੇ ਮਨਹੁ ਮੇਘ ਕੇ ਮੰਡਲ ਮੇ, ਇੱਦਾਂ ਹੋਇਆ ਕਿ ਜਿਵੇਂ ਆਕਾਸ਼ ਦੇ ਵਿੱਚ ਜਿਹੜੇ ਮੇਘ ਬੱਦਲ ਨੇ ਕਵ ਚੰਦਨ ਚੰਦ ਕਲੇਵਰ ਛਾਏ, ਕਿ ਜਿਵੇਂ ਬੱਦਲਾਂ ਨੇ ਚੰਦਰਮਾ ਨੂੰ ਢੱਕ ਲਿਆ ਹੋਵੇ। ਭਾਵ ਜਿਵੇਂ ਇਸਤਰੀ ਨੇ ਆਪਣੇ ਮੁਖ ਨੂੰ ਢੱਕ ਲਿਆ ਪਰਦੇ ਦੇ ਨਾਲ, ਚੁੰਨੀ ਦੇ ਨਾਲ, ਉਸੇ ਪ੍ਰਕਾਰ ਇਹ ਇੱਦਾਂ ਹੋਇਆ ਕਿ ਜਿਵੇਂ ਬੱਦਲਾਂ ਨੇ ਜਿਹੜਾ ਚੰਦ ਹੈ, ਚੰਦਰਮਾ ਨੇ ਜਿਵੇਂ ਢੱਕ ਲਿਆ ਹੋਵੇ। ਸੋ ਇਸ ਪ੍ਰਕਾਰ ਜਦੋਂ ਅਰਥ ਕਰਕੇ ਸੁਣਾਏ ਤੇ ਜਿਹੜਾ ਚੰਦਨ ਰਾਏ ਸੀ ਉਹ ਬੜਾ ਹੈਰਾਨ ਹੋਇਆ ਕਿ ਇਸ ਗੁਰੂ ਘਰ ਦੇ ਜਿਹੜੇ ਕਵੀ ਤਾਂ ਦੂਰ ਦੀ ਗੱਲ, ਜਿਹੜੇ ਘਾਹੀ ਨੇ, ਪੱਠੇ ਪਾਉਣ ਵਾਲੇ ਨੇ, ਉਹ ਵੀ ਬੜੇ ਸ਼ਾਨਦਾਰ ਅਰਥ ਕਰਦੇ ਨੇ ਤੇ ਕਵੀ ਕੈਸੇ ਹੋਣਗੇ। ਤਾਂ ਉਸ ਤੋਂ ਬਾਅਦ ਫਿਰ ਸਤਿਗੁਰਾਂ ਨੇ ਆਖਿਆ ਕਿ ਇਸ ਪ੍ਰਕਾਰ ਸਾਡੇ ਕਵੀ ਮਹਾਨ ਨੇ। ਤੇ ਉਸ ਤੋਂ ਬਾਅਦ ਅਰਥ ਸੁਣ ਕੇ ਇਹ ਜਿਹੜੇ ਚੰਦਨ ਰਾਏ ਕਵੀ ਸੀ, ਇਸ ਦਾ ਜਿਹੜਾ ਹੰਕਾਰ ਸੀ ਇਸ ਨੂੰ ਸੱਟ ਵੱਜੀ ਤੇ ਉਸ ਵੇਲੇ ਬੜਾ ਨਿੰਮੋ ਝੂਣਾ ਹੋ ਕੇ ਇਸ ਨੇ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ। ਤੇ ਫਿਰ ਸਤਿਗੁਰਾਂ ਨੇ ਭਾਈ ਧੰਨਾ ਸਿੰਘ ਜੀ ਨੂੰ ਆਖਿਆ ਕਿ ਤੁਸੀਂ ਹੁਣ ਕੋਈ ਕਵਿਤ, ਕੋਈ ਸਵਈਆ ਉਚਾਰਨ ਕਰੋ। ਤੇ ਇਹ ਜਿਹੜਾ ਚੰਦਨ ਰਾਏ ਕਵੀ ਹੈ ਇਹ ਹੁਣ ਅਰਥ ਕਰਕੇ ਸੁਣਾਵੇਗਾ। ਤਾਂ ਉਸ ਵੇਲੇ ਧੰਨਾ ਸਿੰਘ ਜੀ ਨੇ ਇੱਕ ਸਵਈਆ ਜਿਹੜਾ ਕਵਿਤ ਹੈ ਉਸ ਨੂੰ ਉਚਾਰਨ ਕੀਤਾ ਕਿ ਮੀਨ ਮਰੇ ਜਲ ਕੇ ਪਰਸੇ, ਕਬਹੁ ਨ ਮਰੇ ਪਰ ਪਾਵਕ ਪਾਏ। ਹਾਥ ਮਰੈ ਮਦ ਕੇ ਪਰਸੇ, ਕਬਹੁ ਨ ਮਰੇ ਤਨ ਤਾਪ ਕੇ ਆਏ। ਤੀ ਮਰੈ ਪਤ ਕੇ ਪਰਸੇ, ਕਬਹੁ ਨ ਮਰੈ ਪਰਦੇਸ ਸਿਧਾਏ। ਗੂੜ ਮੈਂ ਬਾਤ ਕਹੀ ਦਿਜ ਰਾਜ, ਵਿਚਾਰ ਸਕੈ ਨ ਬਿਨਾ ਚਿਤ ਲਾਏ। ਕੌਲ ਮਰੈ ਰਵ ਕੇ ਪਰਸੇ, ਕਬਹੁ ਨ ਮਰੈ ਸਸਕੀ ਸ਼ਬ ਪਾਏ। ਮਿੱਤਰ ਮਰੈ ਮਿਤ ਕੋ ਮਿਲ ਕੈ, ਕਬਹੁ ਨ ਮਰੈ ਜਬ ਦੂਰ ਸਿਧਾਏ। ਸਿੰਘ ਮਰੈ ਜਬ ਮਾਸ ਮਿਲੈ, ਕਬਹੁ ਨ ਮਰੈ ਜਬ ਹਾਥ ਨ ਆਏ। ਗੂੜ ਮੈਂ ਬਾਤ ਕਹੀ ਦਿਜ ਰਾਜ, ਵਿਚਾਰ ਸਕੈ ਨ ਬਿਨਾ ਚਿਤ ਲਾਏ। ਸੋ ਜਦੋਂ ਇਸ ਪ੍ਰਕਾਰ ਭਾਈ ਧੰਨਾ ਸਿੰਘ ਜੀ ਨੇ ਇੱਕ ਬਿੱਤ ਉਚਾਰਨ ਕੀਤਾ ਤੇ ਉਸ ਵੇਲੇ ਸਤਿਗੁਰਾਂ ਨੇ ਚੰਦਨ ਰਾਏ ਕਵੀ ਨੂੰ ਆਖਿਆ ਕਿ ਤੁਸੀਂ ਇਸ ਸਵਈਏ ਦੇ ਹੁਣ ਅਰਥ ਕਰਕੇ ਸੁਣਾਓ। ਤਾਂ ਚੰਦਨ ਰਾਏ ਸੁਣ ਕੇ ਬੜਾ ਹੈਰਾਨ ਹੋਇਆ ਕਿ ਇਹ ਕੈਸੀ ਅਚਰਜ ਗੱਲ ਹੈ ਤੇ ਇਸ ਦੇ ਅਰਥ ਕਿਵੇਂ ਹੋਣਗੇ ਕਿ ਮੀਨ ਮਰੇ ਜਲ ਕੇ ਪਰਸੇ, ਕਿ ਇਸ ਨੂੰ ਤਾਂ ਇਹ ਤਾਂ ਅਣਹੋਈ ਗੱਲ ਹੈ ਕਿ ਜਿਹੜੀ ਇੱਕ ਮੀਨ ਮੱਛੀ ਹੈ ਉਹ ਪਾਣੀ ਦੇ ਨਾਲ ਲੱਗਣ ਕਰਕੇ ਮਰ ਜਾਂਦੀ ਹੈ। ਕਬਹੁ ਨਾ ਮਰੇ ਪਰ ਪਾਵਕ ਪਾਏ, ਤੇ ਜਿਹੜਾ ਪਾਵਕ ਅਗਨੀ ਹੈ ਜੇ ਉਹ ਉਸ ਨੂੰ ਮੱਛੀ ਨੂੰ ਲੱਗ ਜਾਵੇ ਤੇ ਉਹ ਕਦੇ ਨਹੀਂ ਮਰਦੀ। ਇਹ ਤਾਂ ਹੋ ਹੀ ਨਹੀਂ ਸਕਦਾ, ਇਹ ਤਾਂ ਕਵਿੱਤੀ ਅਰਥ ਹੈ, ਜਿਹੜਾ ਕਵਿੱਤ ਹੈ ਉਹੀ ਗਲਤ ਹੈ, ਇਸ ਪ੍ਰਕਾਰ ਕਦੇ ਨਹੀਂ ਹੋ ਸਕਦਾ। ਤੇ ਉਸ ਤੋਂ ਅੱਗੇ ਲਿਖਿਆ ਕਿ ਜਿਹੜਾ ਹਾਥ ਮਰੈ ਮਦ ਕੇ ਪਰਸੇ, ਕਬਹੁ ਨਾ ਮਰੇ ਤਨ ਤਾਪ ਕੇ ਆਏ। ਤੇ ਅੱਗੇ ਲਿਖ ਦਿੱਤਾ ਕਿ ਜਿਹੜਾ ਹਾਥੀ ਹੈ ਜਦੋਂ ਉਸ ਨੂੰ ਮਦ ਸ਼ਰਾਬ ਮਿਲ ਜਾਵੇ ਉਦੋਂ ਮਰ ਜਾਂਦਾ ਹੈ, ਪਰ ਜਦੋਂ ਉਸ ਨੂੰ ਤਾਪ ਚੜ੍ਹ ਜਾਵੇ ਉਦੋਂ ਨਹੀਂ ਮਰਦਾ। ਕਹਿੰਦੇ ਇਹ ਤੇ ਜਿਹੜਾ ਕਵਿਤ ਹੈ ਉਹੀ ਗਲਤ ਹੈ। ਤਾਂ ਉਸ ਵੇਲੇ ਚੰਦਨ ਰਾਏ ਕਵੀ ਨੂੰ ਸੰਬੋਧਨ ਕਰਦਿਆਂ ਹੋਇਆਂ ਭਾਈ ਧੰਨਾ ਸਿੰਘ ਜੀ ਨੇ ਆਖਿਆ ਕਿ ਨਹੀਂ, ਇਸ ਪ੍ਰਕਾਰ ਨਹੀਂ ਗਾ, ਕਿ ਇਹ ਤਾਂ ਬੜਾ ਇੱਕ ਮਹਾਨ ਰਚਨਾ ਹੈ, ਇਸ ਨੂੰ ਇਸ ਪ੍ਰਕਾਰ ਨਹੀਂ ਸਮਝਿਆ ਜਾ ਸਕਦਾ। ਇਸ ਦੇ ਸਿੱਧੇ ਅਰਥ ਕਰਨ ਦੇ ਲਈ ਇੱਕ ਇਸ ਦੇ ਅੰਦਰ ਘੁੰਡੀ ਹੈ ਕਿ ਇਹ ਜਿਹੜਾ ਇੱਕ ਵਿਰੋਧਾਭਾਸ ਅਲੰਕਾਰ ਹੈ, ਇਸ ਦੇ ਥੋੜ੍ਹਾ ਜਿਹਾ ਅਰਥ ਬਦਲਣ ਦੇ ਨਾਲ ਹੀ ਇਸ ਦੇ ਅਰਥ ਸਹੀ ਤਰੀਕੇ ਦੇ ਨਾਲ ਹੋ ਸਕਦੇ ਨੇ। ਇਸ ਦਾ ਅਰਥ ਕਬਹੁ ਨਾ ਇੱਥੇ ਲਾ ਦਿਓ, ਮੀਨ ਮਰੇ ਜਲ ਕੇ ਪਰਸੇ ਕਬਹੁ ਨਾ, ਇੱਥੇ ਅਰਥ ਲਾਉਣ ਦੇ ਨਾਲ ਕਿ ਜਿਹੜੀ ਮੀਨ ਮੱਛੀ ਹੈ ਉਹ ਜਲ ਦੇ ਨਾਲ ਪਰਸਨ ਕਰਕੇ ਕਬਹੁ ਨਾ ਮਰੇ, ਉਹ ਕਦੇ ਵੀ ਮਰਦੀ ਨਹੀਂ। ਮਰੇ ਪਰ ਪਾਵਕ ਪਾਏ, ਪਰ ਜਦੋਂ ਉਸ ਨੂੰ ਅਗਨੀ ਉਸ ਨੂੰ ਜਾਣੀ ਕਿ ਪ੍ਰਾਪਤ ਹੋ ਜਾਵੇ ਉਦੋਂ ਮਰ ਜਾਂਦੀ ਹੈ। ਉਸੇ ਤਰ੍ਹਾਂ ਹੀ ਹਾਥ ਮਰੈ ਮਦ ਕੇ ਪਰ ਸੇ ਕਬਹੁ ਨਾ, ਕਿ ਜਿਹੜਾ ਹਾਥੀ ਹੈ ਉਹ ਕਦੇ ਵੀ ਸ਼ਰਾਬ ਦੇ ਪਰਸਨ ਦੇ ਨਾਲ, ਉਹਨੂੰ ਪ੍ਰਾਪਤ ਹੋਣ ਦੇ ਨਾਲ ਕਦੇ ਵੀ ਮਰਦਾ ਨਹੀਂ।
ਮਰੇ ਤਨ ਤਾਪ ਕੇ ਆਏ, ਕਿ ਜਦੋਂ ਉਸ ਨੂੰ ਤਈਆ ਚੜ੍ਹ ਜਾਂਦਾ, ਤਾਪ ਆ ਜਾਂਦਾ, ਉਦੋਂ ਉਸ ਦੀ ਮੌਤ ਹੁੰਦੀ ਹੈ। ਸੋ ਇਸ ਦੇ ਥੋੜ੍ਹਾ ਜਿਹਾ ਅਰਥ ਜਿਹੜਾ ਵਿਸ਼ਰਾਮ ਹੈ ਉਸ ਨੂੰ ਬਦਲਣ ਦੇ ਨਾਲ ਹੀ ਇਸ ਦੇ ਅਰਥ ਹੋ ਜਾਣਗੇ। ਸੋ ਇਸ ਪ੍ਰਕਾਰ ਜਿਹੜਾ ਚੰਦਨ ਰਾਏ ਕਵੀ ਸੁਣ ਕਰਕੇ ਬੜਾ ਹੈਰਾਨ ਹੋਇਆ। ਅਤੇ ਇੱਧਰ ਇਹ ਜਿਹੜਾ ਪ੍ਰਸੰਗ ਚੱਲ ਰਿਹਾ ਸੀ, ਉੱਧਰ ਸਤਿਗੁਰਾਂ ਦੀ ਹਜ਼ੂਰੀ ਦੇ ਅੰਦਰ ਇੱਕ ਕਾਂਸ਼ੀ ਤੋਂ ਪੜ੍ਹਿਆ ਹੋਇਆ ਬੜਾ ਮਹਾਨ ਵਿਦਵਾਨ ਸੰਸਕ੍ਰਿਤ ਦਾ, ਉਸ ਨੇ ਸਤਿਗੁਰਾਂ ਦੇ ਹਜ਼ੂਰੀ ਦੇ ਵਿੱਚ ਆਉਣਾ ਕੀਤਾ, ਜਿਸ ਦਾ ਨਾਮ ਸੀਗਾ ਕਾਂਸ਼ੀ ਰਾਮ ਪੰਡਤ। ਇਸ ਪੰਡਤ ਨੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਣ ਕੇ ਨਮਸਕਾਰ ਕੀਤੀ ਅਤੇ ਦੇਖਿਆ ਬੜੀ ਦੂਰ ਦੂਰ ਤੱਕ ਜਿਹੜੀਆਂ ਸੰਗਤਾਂ ਨੇ, ਗੁਰਸਿੱਖਾਂ ਦੀ ਸਭਾ ਲੱਗੀ ਹੋਈ ਹੈ, ਜਿਹੜੇ ਜੈਕਾਰੇ ਹਨ ਉਹਨਾਂ ਦੀ ਆਵਾਜ਼ ਆ ਰਹੀ ਹੈ, ਗੁਰਸਿੱਖ ਆਪਸ ਦੇ ਵਿੱਚ ਚਰਚਾ ਕਰਦੇ ਨੇ। ਉਸ ਵੇਲੇ ਇਸ ਪੰਡਤ ਨੇ ਵੀ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ, ਜਿੱਥੇ ਆਪ ਜੀ ਨੇ ਇਹ ਜਿਹੜਾ ਖਾਲਸਾ ਪੰਥ ਹੈ ਇਸ ਦੀ ਸਾਜਨਾ ਕੀਤੀ ਹੈ, ਭਾਵ ਇਹ ਜਿਹੜਾ ਵੀਰ ਰਸੀ ਖਾਲਸਾ ਹੈ, ਬੜਾ ਜੋਸ਼ੀਲਾ, ਬੜੇ ਬਲ ਵਾਲਾ, ਉੱਥੇ ਨਾਲ ਨਾਲ ਆਪ ਜੀ ਜਿਹੜਾ ਕੋਈ ਵੀਰ ਰਸੀ ਬਾਣੀ ਹੈ, ਇਹ ਕੋਈ ਜੋਸ਼ ਭਰਨ ਵਾਲੀ ਜਿਹੜੀ ਬਾਣੀ ਹੈ ਉਹ ਵੀ ਆਪਣੇ ਮੁਖਾਰ ਬਿੰਦ ਤੋਂ ਉਚਾਰਨ, ਜਿਸ ਨੂੰ ਪੜ੍ਹ ਕੇ, ਜਿਸ ਨੂੰ ਸੁਣ ਕੇ ਜਿਹੜੇ ਗੁਰਸਿੱਖ ਨੇ ਉਹਨਾਂ ਵਿੱਚ ਜਿਹੜਾ ਵੀਰ ਰਸੀ ਹੈ, ਵੀਰ ਰਸ ਹੈ, ਉਸ ਦੀ ਪ੍ਰਾਪਤੀ ਹੋਵੇ। ਅਤੇ ਸਤਿਗੁਰਾਂ ਨੇ ਆਖਿਆ ਕਿ ਇਹ ਵਿਦਵਾਨ ਕਾਂਸ਼ੀ ਰਾਮ ਪੰਡਤ ਜੀ, ਹਾਲਾਂਕਿ ਤੁਹਾਡੀ ਗੱਲ ਠੀਕ ਹੈ, ਪਰ ਸਾਡੇ ਤੋਂ ਪਹਿਲਾਂ ਜਿਹੜੇ ਸਤਿਗੁਰੂ ਹੋਏ ਨੇ, ਭਗਤ ਸਾਹਿਬਾਨ ਹੋਏ ਨੇ, ਉਹਨਾਂ ਨੇ ਬੇਅੰਤ ਬਾਣੀ ਰਚੀ ਹੋਈ ਹੈ, ਜਿਸ ਨੂੰ ਪੜ੍ਹ ਸੁਣ ਕਰਕੇ ਜਿਹੜੇ ਗੁਰਸਿੱਖ ਨੇ ਆਪਣਾ ਜੀਵਨ ਸਫਲਾ ਕਰ ਸਕਦੇ ਨੇ। ਜਿਨ੍ਹਾਂ ਵਿੱਚੋਂ ਅਸੀਂ ਨਾਲ ਇਹ ਬਚਨ ਆਖੇ ਕਿ ਗੁਰਸਿੱਖਾਂ ਨੇ ਵੀ ਸਾਡੇ ਤਾਈਂ ਜਿਹੜੀ ਇਹ ਬੇਨਤੀ ਕੀਤੀ ਸੀ, ਪਰ ਅਸੀਂ ਗੁਰਸਿੱਖਾਂ ਨੂੰ ਵੀ ਇਹੀ ਆਖਦੇ ਹਾਂ ਕਿ ਜਿਹੜੇ ਪਹਿਲੇ ਸਤਿਗੁਰੂ ਹਨ, ਭਗਤ ਸਾਹਿਬਾਨ ਨੇ, ਉਹਨਾਂ ਨੇ ਬੇਅੰਤ ਬਾਣੀ ਰਚੀ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਆਉਂਦਾ ਕਿ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ, ਆਬ ਜੂਝਨ ਕੋ ਦਾਓ, ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾਡੈ ਖੇਤ। ਇਸ ਪ੍ਰਕਾਰ ਵੀਰ ਰਸੀ ਵਾਲੇ ਬੇਅੰਤ ਸ਼ਬਦ ਆਉਂਦੇ ਨੇ। ਤਾਂ ਉਸ ਵੇਲੇ ਪੰਡਤ ਨੇ ਸੁਣ ਕਰਕੇ ਫਿਰ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ ਕਿ ਨਹੀਂ ਸਤਿਗੁਰੂ ਜੀਓ, ਤੁਸੀਂ ਆਪਣੇ ਮੁਖਾਰ ਬਿੰਦ ਤੋਂ ਵੀ ਕੋਈ ਵੀਰ ਰਸੀ ਬਾਣੀ ਉਚਾਰਨ ਕਰੋ। ਤਾਂ ਉਸ ਵੇਲੇ ਵਾਰ-ਵਾਰ ਬੇਨਤੀ ਕਰਨ ਤੋਂ ਸਤਿਗੁਰਾਂ ਨੇ ਬੇਨਤੀ ਮੰਨ ਕੇ ਕਿ ਅੱਛਾ ਚਲੋ ਠੀਕ ਹੈ, ਤੁਹਾਡੀ ਗੱਲ ਮੰਨ ਲੈਂਦੇ ਹਾਂ, ਸਾਡੇ ਗੁਰਸਿੱਖਾਂ ਨੇ ਵੀ ਬੜੇ ਵਾਰ ਬੇਨਤੀ ਕੀਤੀ ਹੈ ਅਤੇ ਤੁਸੀਂ ਵੀ ਹੁਣ ਦੂਰੋਂ ਚੱਲ ਕੇ ਆਏ ਹੋ, ਗੁਰਸਿੱਖਾਂ ਦੀ ਬੇਨਤੀ ਮੰਨ ਕੇ ਔਰ ਇਸ ਕਾਂਸ਼ੀ ਰਾਮ ਪੰਡਤ ਦੀ ਅਰਜ਼ ਨੂੰ ਮੰਨ ਕੇ ਸਤਿਗੁਰਾਂ ਨੇ ਇਸ ਪਾਵਨ ਗੁਰਬਾਣੀ ਨੂੰ, ਜਿਹੜਾ ਜਿਸ ਦੇ ਅੰਦਰ ਵੀਰ ਰਸ ਭਰਪੂਰ ਮਾਤਰਾ ਦੇ ਵਿੱਚ ਹੈ, ਜਿਸ ਦੇ ਅੰਦਰ ਬੇਅੰਤ ਅਲੰਕਾਰ ਹਨ, ਬੇਅੰਤ ਭਾਸ਼ਾਵਾਂ ਹਨ, ਜਿਹੜੇ ਹੋਰ ਸੰਸਾਰ ਦੇ ਵਿੱਚ ਗ੍ਰੰਥ ਨੇ, ਸਤਿਗੁਰਾਂ ਨੇ ਇੱਕ ਮਹਾਨ ਰਚਨਾ ਇਹ ਰਚੀ ਹੈ, ਜਿਸ ਦੇ ਅੰਦਰ ਜਦੋਂ ਅਸੀਂ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਬਾਣੀ ਸ੍ਰੀ ਜਾਪ ਸਾਹਿਬ ਆਉਂਦੀ ਹੈ, ਅਕਾਲ ਉਸਤਤ ਆਉਂਦੀ ਹੈ, ਜਿਸ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਉਸਤਤ ਹੈ ਉਹ ਕੀਤੀ ਹੋਈ ਹੈ। ਚੰਡੀ ਚਰਿੱਤਰ ਆਉਂਦਾ, ਚੰਡੀ ਉਕਤ ਬਿਲਾਸ ਆਉਂਦਾ। ਸੋ ਇਸੇ ਪ੍ਰਕਾਰ ਜਿਹੜਾ ਗਿਆਨ ਪ੍ਰਬੋਧ ਹੈ, ਚੰਡੀ ਦੀ ਵਾਰ ਹੈ। ਸੋ ਇਸ ਤੋਂ ਬਾਅਦ ਸਤਿਗੁਰਾਂ ਨੇ ਜਿਹੜੇ ਵਿਸ਼ਨੂੰ ਦੇ 24 ਅਵਤਾਰ ਹੋਏ ਨੇ, ਉਹਨਾਂ ਦੀ ਜਿਹੜੀ ਕਥਾ ਹੈ ਉਸ ਨੂੰ ਵੀ ਲਿਖਣਾ ਕੀਤਾ ਹੈ, ਜਿਸ ਦੇ ਅੰਦਰ ਸਭ ਤੋਂ ਪਹਿਲਾਂ ਜਿਹੜੇ ਸ਼੍ਰੀ ਰਾਮ ਚੰਦਰ ਜੀ ਨੇ, ਜਿਨ੍ਹਾਂ ਦੀ ਜੇ ਅਸੀਂ ਕਥਾ ਪੜ੍ਹਨੀ ਹੋਵੇ, ਸੁਣਨੀ ਹੋਵੇ ਤੇ ਸਾਨੂੰ ਬੜਾ ਲੰਬਾ ਸਮਾਂ ਲੱਗ ਜਾਂਦਾ। ਜਿਹੜਾ ਸਭ ਤੋਂ ਪਹਿਲਾਂ ਸ਼੍ਰੀ ਰਾਮ ਚੰਦਰ ਦੇ ਜੀਵਨ ਦੀ ਬਾਬਤ ਗ੍ਰੰਥ ਉਹ ਵਾਲਮੀਕੀ ਰਾਮਾਇਣ ਹੈ, ਜਿਸ ਨੂੰ ਰਿਸ਼ੀ ਵਾਲਮੀਕ ਨੇ ਲਿਖਿਆ, ਜਿਹੜਾ ਸੰਸਕ੍ਰਿਤ ਵਿੱਚ ਹੈ। ਇਸ ਦੇ ਅੰਦਰ ਜਿਹੜੇ ਸ਼ਲੋਕ ਨੇ ਉਹਨਾਂ ਦੀ 24,000 ਇਸ ਗ੍ਰੰਥ ਦੇ ਵਿੱਚ ਸ਼ਲੋਕ ਨੇ। ਇਸ ਲਈ ਇਸ ਨੂੰ ਪੜ੍ਹਦਿਆਂ ਬੜਾ ਲੰਮਾ ਸਮਾਂ ਲੱਗ ਜਾਂਦਾ। ਇਸ ਵਾਲਮੀਕੀ ਰਾਮਾਇਣ ਦੇ ਵਿੱਚ ਜਿਹੜੇ 7 ਕਾਂਡ ਨੇ, ਭਾਵ 7
ਇਸ ਦੇ ਜਿਹੜੇ ਵੱਖ-ਵੱਖ ਹਿੱਸੇ ਨੇ ਤੇ 647 ਇਸ ਦੇ ਅਧਿਆਏ ਨੇ ਤੇ ਇਸ ਦੇ ਜਿਹੜੇ ਸ਼ਲੋਕ ਨੇ 24,000 ਇਸ ਦੇ ਸ਼ਲੋਕ ਨੇ। ਹੈ ਤਾਂ ਇਹ ਵੀ ਉੱਤਮ, ਪਰ ਇਸ ਨੂੰ ਪੜ੍ਹਦਿਆਂ ਕਿੰਨਾ ਲੰਬਾ ਸਮਾਂ ਲੱਗੇਗਾ। ਉੱਥੇ ਸਤਿਗੁਰਾਂ ਨੇ ਗੁਰਸਿੱਖਾਂ ਦੇ ਬੜੇ ਸੌਖ ਦੇ ਲਈ ਸੁਖਾਲੇ ਢੰਗ ਦੇ ਨਾਲ ਜਿਹੜੀ ਸ਼੍ਰੀ ਰਾਮਚੰਦਰ ਦੀ ਸੰਪੂਰਨ ਕਥਾ ਹੈ ਉਸ ਨੂੰ ਸਿਰਫ 43 ਪੱਤਰਿਆਂ ਦੇ ਵਿੱਚ ਲਿਖ ਦਿੱਤਾ ਹੈ, ਜਿਸ ਨੂੰ ਗੁਰਸਿੱਖ ਪੜ੍ਹ ਕੇ ਸੁਣ ਕੇ ਇਸ ਤੋਂ ਲਾਭ ਉਠਾ ਸਕਦੇ ਨੇ। ਸੋ ਇਹ ਵੀ ਆਪਾਂ ਇੱਕ ਵੱਖਰੇ ਰੂਪ ਦੇ ਅੰਦਰ ਵਿਚਾਰ ਜਾਣੀ ਕਿ ਐਡ ਕਰਾਂਗੇ, ਬਾਅਦ ਵਿੱਚ ਰਿਕਾਰਡ ਕਰਾਂਗੇ ਕਿ ਦਸਮ ਗ੍ਰੰਥ ਲਿਖਣ ਦੀ ਜ਼ਰੂਰਤ ਕਿਉਂ ਪਈ, ਉਸ ਦੇ ਵਿੱਚ ਸਾਰੀ ਜਿਹੜੀ ਜਾਣਕਾਰੀ ਦਿੱਤੀ ਜਾਵੇਗੀ। ਸੋ ਇੱਥੇ ਟੂਕ ਮਾਤਰ ਕਿ ਸਤਿਗੁਰਾਂ ਨੇ ਉਹਨਾਂ ਅਵਤਾਰਾਂ ਦੀ ਜਿਹੜੀ ਕਥਾ ਹੈ ਉਸ ਨੂੰ ਲਿਖਣ ਦੇ ਲਈ ਕਿ ਸਾਡੇ ਗੁਰਸਿੱਖ ਉਸ ਨੂੰ ਪੜ੍ਹ ਲੈਣ, ਸੁਣ ਲੈਣ ਅਤੇ ਉਸ ਦੀ ਬਾਬਤ ਵੀ ਗੁਰਸਿੱਖਾਂ ਨੂੰ ਜਾਣਕਾਰੀ ਹੋਵੇ। ਇਸ ਲਈ ਸਤਿਗੁਰਾਂ ਨੇ ਇਹ ਜਿਹੜੀ ਵਾਲਮੀਕੀ ਰਮਾਇਣ ਹੈ ਇਸ ਨੂੰ ਬੜੇ ਜਾਣੀ ਕਿ ਸੂਤਰ ਰੂਪ ਦੇ ਅੰਦਰ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤਾ। ਜਿਹੜਾ ਉਸ ਦਾ ਵਾਲਮੀਕੀ ਰਮਾਇਣ ਦਾ ਸਾਰ ਸਿਧਾਂਤ ਸੀ ਉਸ ਨੂੰ ਸਿਰਫ 43 ਪੱਤਰਿਆਂ ਦੇ ਵਿੱਚ ਲਿਖ ਦਿੱਤਾ। ਉਸ ਤੋਂ ਬਾਅਦ ਜਿਵੇਂ ਜਿਹੜੇ ਖੜਗ ਸਿੰਘ ਹੈ ਉਸ ਦੀ ਕਥਾ ਲਿਖੀ, ਉਸ ਤੋਂ ਬਾਅਦ ਜਿਵੇਂ ਜਿਹੜੀ ਸ਼੍ਰੀ ਕ੍ਰਿਸ਼ਨ ਜੀ ਹੋਏ ਹੈ ਉਹਨਾਂ ਦੀ ਜਿਹੜੀ ਬੜੀ ਖੋਲ੍ਹ ਕੇ ਕਥਾ ਹੈ ਉਸ ਨੂੰ ਲਿਖਣਾ ਕੀਤੀ। ਸੋ ਕਹਿਣ ਤੋਂ ਭਾਵ ਹੈ ਕਿ ਸਤਿਗੁਰਾਂ ਨੇ ਗੁਰਸਿੱਖਾਂ ਦੀ ਬੇਨਤੀ ਮੰਨ ਕੇ ਔਰ ਜਿਹੜੇ ਕਾਂਸ਼ੀ ਰਾਮ ਪੰਡਤ ਸੀ ਉਸ ਦੀ ਬੇਨਤੀ ਮੰਨ ਕੇ ਇਹ ਜਿਹੜੀ ਸੰਪੂਰਨ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਇਸ ਨੂੰ ਰਚਨਾ ਕੀਤਾ ਸੀ। ਉਸ ਦੇ ਜਿਹੜੇ ਸਥਾਨ ਨੇ ਉਹ ਵੱਖਰੋ ਵੱਖਰੇ ਨੇ। ਜਿਵੇਂ ਬਿਪੌਰ ਸਾਹਿਬ ਵਿਖੇ ਆਪ ਜੀ ਨੇ ਚੌਪਈ ਸਾਹਿਬ ਅਤੇ ਚਰਿਤਰਾਂ ਦੀ ਜਿਹੜੀ ਕਥਾ ਹੈ ਉਸ ਨੂੰ ਲਿਖਿਆ। ਸੋ ਇੱਦਾਂ ਵੱਖਰੇ ਵੱਖਰੇ ਸਥਾਨਾਂ ਦੇ ਉੱਪਰ ਆਪ ਜੀ ਦੀ ਜਿਹੜੀ ਬਾਣੀ ਲਿਖਣ ਦਾ ਜਿਹੜਾ ਸਥਾਨ ਔਰ ਸਮਾਂ ਅੱਗੇ ਆਪਾਂ ਵਿਚਾਰਦੇ ਰਵਾਂਗੇ। ਸੋ ਇਸ ਪ੍ਰਕਾਰ ਇਹ ਸੀ ਜੋ ਆਪ ਜੀ ਦੀ ਪਾਵਨ ਗੁਰਬਾਣੀ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਰਚਨਾ ਕਿਵੇਂ ਹੋਈ ਉਸ ਦੀ ਉਥਾਨਕਾ। ਇਸ ਤੋਂ ਬਾਅਦ ਵਿਚਾਰ ਇਹ ਆਉਂਦੀ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਵੇਂ ਆਦਿ ਬਾਣੀ ਦੇ ਸੰਪੂਰਨ ਅਰਥ ਕੀਤੇ ਸਨ ਉੱਦਾਂ ਹੀ ਇਸ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਗੁਰਬਾਣੀ ਦੇ ਅਰਥ ਕਿਸ ਸਮੇਂ ਔਰ ਕਿਸ ਜਗ੍ਹਾ 'ਤੇ ਕੀਤੇ ਸਨ ਤਾਂ ਉਸ ਦੀ ਬਾਬਤ ਸੰਪਰਦਾਇ ਦੇ ਅੰਦਰ ਵਿਚਾਰ ਆਉਂਦੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਆਪ ਜੀ ਸ਼੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਵਿਖੇ ਜਦੋਂ ਆਪ ਜੀ ਸੁਭਾਏਮਾਨ ਹੋਏ ਤਾਂ ਉਸ ਵੇਲੇ ਇੱਕ ਦਿਨ ਆਪ ਜੀ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ, ਜਿਸ ਪ੍ਰਕਾਰ ਗੁਰਮੁਖ ਪ੍ਰਕਾਸ਼ ਦੇ ਅੰਦਰ ਵੀ ਇਹ ਬਚਨ ਆਉਂਦੇ ਨੇ ਕਿ ਸਤਿਗੁਰਾਂ ਦੇ ਪਾਸ ਗੁਰਸਿੱਖਾਂ ਨੇ ਇਸ ਪ੍ਰਕਾਰ ਬੇਨਤੀ ਕੀਤੀ ਕਿ ਮਨੀ ਸਿੰਘ ਬਿਨੈ ਕਰੀ ਦਸਮ ਪੜ੍ਹਾਵੋ ਪ੍ਰਭ, ਸੁਣ ਗੁਰ ਭਏ ਪ੍ਰਸੰਨ ਅਭਿਰਾਮ ਹੈ। ਪੰਜੀ ਸਿੰਘ ਪੜ੍ਹੇ ਤਬ ਭਾਈ ਦੀਪ ਸਿੰਘ ਆਦ, ਸ਼ਾਮ ਦੇ ਦੀਵਾਨ ਕਰੈ ਸੰਥਾ ਕੋ ਤਮਾਮ ਹੈ। ਸ੍ਰੀ ਜਾਪ ਉਸਤਤ ਅਕਾਲ ਬਚਿੱਤਰ ਨਾਟਕ ਚੰਡੀ, ਚਰਿੱਤਰ ਦੋਵੇਂ ਤੀਜੀ ਚੰਡੀ ਵਾਰ ਹੈ। ਇਸ ਪ੍ਰਕਾਰ ਇਹ ਬਚਨ ਆਉਂਦੇ ਨੇ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਜਿਹੜੇ 25 ਸਿੰਘ ਨੇ ਉਹਨਾਂ ਨੇ ਬੇਨਤੀ ਕੀਤੀ, ਜਿਨ੍ਹਾਂ ਦੇ ਵਿੱਚੋਂ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਸੰਤੋਖ ਸਿੰਘ ਜੀ ਔਰ ਭਾਈ ਦਇਆ ਸਿੰਘ ਜੀ ਆਦਿ ਗੁਰਸਿੱਖਾਂ ਦੇ ਨਾਮ ਆਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਭਾਈ ਨੰਦ ਲਾਲ ਜੀ ਵੀ ਸਨ। ਉਹਨਾਂ ਨੇ ਵੀ ਅਰਥ ਪੜ੍ਹੇ। ਗੁਰਮੁਖ ਪ੍ਰਕਾਸ਼ ਦੇ ਅੰਦਰ ਵੀ ਬਚਨ ਆਉਂਦੇ ਨੇ ਕਿ ਭਾਈ ਨੰਦ ਲਾਲ ਬਾਣੀ ਅਰਥ ਵੀ ਪੜ੍ਹੇ, ਸਿੰਘਾ ਭਾਈ ਦਇਆ ਸਿੰਘ ਦਿੰਦੇ ਸਭ ਕੋ ਪੜ੍ਹਾਇਆ। ਯਾਨੀ ਕਿ ਅੱਗੇ ਵੀ ਆਪ ਜੀ ਅੱਗੇ ਅਰਥ ਪੜ੍ਹ ਕੇ ਹੋਰ ਗੁਰਸਿੱਖਾਂ ਨੂੰ ਵੀ ਇਸ ਦੇ ਅਰਥ ਪੜ੍ਹਾਉਂਦੇ ਰਹੇ ਨੇ। ਸੋ ਇਸ ਪ੍ਰਕਾਰ ਜਦੋਂ ਇਹ ਬੇਨਤੀ ਕੀਤੀ ਤੇ ਉਸ ਵੇਲੇ ਸਤਿਗੁਰਾਂ ਨੇ ਇਸ ਪਾਵਨ ਗੁਰਬਾਣੀ ਦੇ ਜਿਹੜੇ ਸੰਪੂਰਨ ਅਰਥ ਸਨ ਪਹਿਲਾਂ ਆਪਣੇ ਕੰਠੋਂ ਬਾਣੀ ਉਚਾਰਨ ਕੀਤੀ, ਉਸ ਤੋਂ ਬਾਅਦ ਇਸ ਦੇ ਜਿਹੜੇ ਅਰਥ ਸਨ ਉਹ ਗੁਰਸਿੱਖਾਂ ਨੂੰ ਸੁਣਾਏ। ਸੋ ਇਸ ਪ੍ਰਕਾਰ ਉਹੀ ਜਿਹੜੇ ਅਰਥ ਨੇ ਅੱਗੇ ਤੋਂ ਅੱਗੇ ਸੀਨੇ ਬਸੀਨੇ ਜੋ ਸੰਪਰਦਾਇ ਦੇ ਅੰਦਰ ਪੜ੍ਹੇ ਪੜ੍ਹਾਏ ਜਾਂਦੇ ਹਨ, ਜਿਨ੍ਹਾਂ ਨੂੰ ਅਸੀਂ ਪੜ੍ਹ ਸੁਣ ਕਰਕੇ ਆਪਣਾ ਜੀਵਨ ਸਫਲਾ ਕਰਦੇ ਹਾਂ।
ਸੋ ਇਸ ਪ੍ਰਕਾਰ ਇਹ ਜਿਹੜੀ ਦਸਮ ਬਾਣੀ ਹੈ, ਇਸ ਦੀ ਬਾਬਤ ਸੰਪਰਦਾਇ ਦੇ ਅੰਦਰ ਅਤੇ ਜਿਹੜੇ ਹੋਰ ਗੁਰਸਿੱਖ ਵਿਦਵਾਨ ਹਨ, ਉਹਨਾਂ ਨੇ ਬੇਅੰਤ ਜਿਹੜੇ ਇਸ ਦੇ ਪ੍ਰਮਾਣ ਲਿਖੇ ਹਨ। ਸੋ ਉਹਨਾਂ ਦੀ ਬਾਬਤ ਵੀ ਆਪਾਂ ਕੁਝ ਕੁ ਜਿਹੜੀ ਵਿਚਾਰ ਹੈ ਉਹ ਹੋਰ ਕਰਕੇ ਫਿਰ ਸਮਾਪਤੀ ਕਰ ਦੇਣੀ ਹੈ। ਜਿਸ ਪ੍ਰਕਾਰ ਅਸੀਂ ਬੰਸਾਵਲੀਨਾਮਾ ਕੇਸਰ ਸਿੰਘ ਛਿੱਬਰ ਦਾ ਪੜ੍ਹਦੇ ਹਾਂ, ਉਸ ਦੇ ਅੰਦਰ ਵੀ ਬਚਨ ਆਉਂਦੇ ਨੇ ਕਿ ਛੋਟਾ ਗ੍ਰੰਥ ਜੀ ਜਨਮੇ ਸਾਹਿਬ, 10ਵੇਂ ਪਾਤਸ਼ਾਹ ਕੇ ਧਾਮ, ਸੰਮਤ 1755 ਬਹੁਤ ਖਿਡਾਵੇ ਲਿਖਾਰੀ ਨਾਮ, ਸਾਹਿਬ ਨੂੰ ਸੀ ਪਿਆਰਾ ਆਪਣੀ ਹੱਥੀ ਲਿਖਿਆ ਤੇ ਖਿਡਾਇਆ, ਸਿੱਖਾਂ ਕੀਤੀ ਅਰਦਾਸ ਜੀ ਨਾਲ ਚਾਹੀਏ ਮਿਲਾਇਆ, ਬਚਨ ਕੀਤਾ ਗ੍ਰੰਥ ਹੈ ਉਹ, ਇਹ ਅਸਾਡੀ ਹੈ ਖੇਡ, ਨਾਲ ਨਾ ਮਿਲਾਇਆ ਆਹਾ ਪਿਆਰਾ, ਕੌਣ ਨਾ ਜਾਣੈ ਭੇਦ। ਕਹਿੰਦੇ ਕਿ ਇਹ ਜਿਹੜਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਇਹ ਤਾਂ ਪਰਮੇਸ਼ਰ ਵਾਹਿਗੁਰੂ ਜੀ ਦੇ ਵੱਲੋਂ ਉਚਾਰਨ ਕੀਤੀ ਹੋਈ ਧੁਰ ਕੀ ਬਾਣੀ ਹੈ, ਕਿ ਜਿਹੜਾ ਆਦਿ ਗ੍ਰੰਥ ਹੈ ਉਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਤੇ ਇਹ ਜਿਹੜੀ ਸ੍ਰੀ ਦਸਮ ਬਾਣੀ ਹੈ, ਇਹ ਹੈ ਸਾਡੀ ਖੇਡ, ਕਿ ਅਸੀਂ ਜਿਸ ਪ੍ਰਕਾਰ ਪਰਮੇਸ਼ਰ ਵਾਹਿਗੁਰੂ ਦੀ ਉਸਤਤ ਕੀਤੀ, ਹੋਰ ਜਿਹੜੇ ਉਲੱਥੇ ਕੀਤੇ ਨੇ, ਉਹ ਇਸ ਦੇ ਅੰਦਰ ਅਸੀਂ ਉਹਨਾਂ ਦਾ ਅਸੀਂ ਜ਼ਿਕਰ ਕੀਤਾ ਹੈ। ਇਸ ਲਈ ਇਹ ਸੀ ਜਿਹੜੇ ਭਾਈ ਕੇਸਰ ਸਿੰਘ ਛਿੱਬਰ ਜੀ ਹੋਏ ਨੇ, ਉਹਨਾਂ ਨੇ ਬੰਸਾਵਲੀਨਾਮੇ ਦੇ ਅੰਦਰ ਇਹ ਜਿਹੜੇ ਬਚਨ ਨੇ ਉਹਨਾਂ ਨੂੰ ਲਿਖਣਾ ਕੀਤਾ ਹੈ। ਇਸੇ ਪ੍ਰਕਾਰ ਹੀ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਅੰਦਰ ਵੀ ਬਚਨ ਆਉਂਦੇ ਨੇ ਕਿ ਨਿਜ ਬਾਣੀ ਗੁਰਦਸਮ ਜੋ ਰਰੀ, ਸਰਸ ਸੁਜਾਤ ਸੁਬ੍ਰਿਤਨ ਜਰੀ, ਜਮਕ ਦਮਕ ਭੂਸ਼ਣ ਜੁਤ ਭੂਸ਼ਤ, ਕਾਬ ਕੋਸ਼ ਅਨੁਸਾਰ ਅਦੂਸਤ। ਕਿ ਆਪਦੀ ਜਿਹੜੀ ਬਾਣੀ ਹੈ ਉਹ ਕਵੀਆਂ ਦਾ ਕੋਸ਼ ਹੈ ਤੇ ਅਦੂਸ਼ਣ ਹੈ, ਭਾਵੇਂ ਇਸ ਵਿੱਚ ਕਿਸੇ ਵੀ ਪ੍ਰਕਾਰ ਦਾ ਦੂਸ਼ਣ ਨਹੀਂ। ਇਸ ਦੀ ਜਿਹੜੀ ਛੰਦਾਬੰਦੀ ਬੜੀ ਸੁੰਦਰ ਹੈ। ਇਸ ਤੋਂ ਅੱਗੇ ਬਚਨ ਆਉਂਦੇ ਨੇ ਵਿਅੰਗ ਲਛਨਾ ਧੁਨੀ ਅਪਾਰੇ, ਉਕਤ ਜੁਗਤ ਰਸ ਰਾਸ ਉਦਾਰੇ, ਦਸਮ ਗੁਰੂ ਕੇ ਗ੍ਰੰਥ ਮਝਾਰੀ, ਵਾਹੇ ਬਾਣੀ ਹੈ ਲੇਹੁ ਨਿਹਾਰੀ। ਕਹਿੰਦੇ ਬੜੀ ਅਚਰਜ ਬਾਣੀ ਹੈ, ਉਸ ਨੂੰ ਕਹਿੰਦੇ ਆਪਦੀਆਂ ਅੱਖਾਂ ਦੇ ਨਾਲ ਦੇਖ ਲੈਣਾ ਕਰੋ। ਤੇ ਇਸ ਪ੍ਰਕਾਰ ਹੀ ਮਹਿਮਾ ਪ੍ਰਕਾਸ਼ ਦੇ ਅੰਦਰ ਵੀ ਬਚਨ ਆਉਂਦੇ ਨੇ ਕਿ 24 ਅਵਤਾਰ ਕੀ ਭਾਖਾ ਕੀਨਾ, 404 ਚਰਿਤਰ ਨਵੀਨਾ, ਭਾਖਾ ਬਨਾਏ ਪ੍ਰਭ ਸਰਵਨ ਕਰਾਈ, ਭਏ ਪ੍ਰਸੰਨ ਸਤਿਗੁਰ ਮਨ ਭਾਈ। ਜਾਂ ਇਸ ਪ੍ਰਕਾਰ ਅੱਗੇ ਬਚਨ ਆਉਂਦੇ ਨੇ ਕਿ ਸਤਿਗੁਰ ਸ਼੍ਰੀ ਮੁਖ ਕਹਿਓ ਬਿਖਾਨ, ਮੈਂ ਭਾਖਾ ਰਚੀ ਪੜ੍ਹੋ ਸੁਗਮ ਸੁਜਾਨ। ਕਹਿੰਦੇ ਕਿ ਸਤਿਗੁਰਾਂ ਨੇ ਬਚਨ ਆਖੇ ਕਿ ਅਸੀਂ ਇਹ ਜਿਹੜੀ ਬਾਣੀ ਹੈ ਇਸ ਨੂੰ ਉਚਾਰਨ ਕੀਤਾ ਹੈ। ਇਹ ਕਿਸ ਰੂਪ ਦੇ ਵਿੱਚ ਹੈ? ਇਹ ਭਾਖਾ ਹੈ। ਭਾਖਾ ਆਖਦੇ ਨੇ ਕਿ ਕਿਸੇ ਜਾਣੀ ਕਿ ਮੂਲ ਭਾਸ਼ਾ ਦੇ ਵਿੱਚ ਉਸ ਨੂੰ ਹੋਰ ਆਪਣੀ ਦੇਸ਼ ਭਾਸ਼ਾ ਦੇ ਵਿੱਚ ਸੁਖੈਨ ਰੂਪ ਦੇ ਅੰਦਰ ਕਰ ਦੇਣਾ, ਜਿਵੇਂ ਸੰਸਕ੍ਰਿਤ ਦੇ ਵਿੱਚੋਂ ਪੰਜਾਬੀ ਵਿੱਚ ਕਰ ਦੇਣਾ, ਹਿੰਦੀ 'ਚ ਕਰ ਦੇਣਾ, ਉਸ ਨੂੰ ਭਾਖਾ ਆਖਦੇ ਨੇ। ਇਸ ਲਈ ਕਹਿੰਦੇ ਕਿ ਇਹ ਸੁਜਾਨ ਜਿਹੜੇ ਸੂਝਵਾਨ ਗੁਰਸਿੱਖੋ, ਇਸ ਨੂੰ ਅਸੀਂ ਸੁਗਮ ਸੁਖਾਲਾ ਕਰ ਦਿੱਤਾ ਹੈ, ਭਾਵ ਤੁਸੀਂ ਸੌਖੇ ਢੰਗ ਤਰੀਕੇ ਨਾਲ ਪੜ੍ਹ ਸਕੋ। ਇਸ ਲਈ ਅਸੀਂ ਇਸ ਨੂੰ ਭਾਖਾ ਦੇ ਵਿੱਚ ਕੀਤਾ ਹੈ। ਪੜ੍ਹਤੇ ਸੰਸਕ੍ਰਿਤ ਮਨ ਉਕਤਾਏ। ਕਹਿੰਦੇ ਕਿ ਸੰਸਕ੍ਰਿਤ ਭਾਸ਼ਾ ਪੜ੍ਹਦਿਆਂ ਹੋਇਆਂ ਜਿਹੜਾ ਮਨ ਉੱਕ ਜਾਂਦਾ ਹੈ, ਭਾਵ ਕਈ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਨੇ, ਤੇ ਇਸ ਲਈ ਅਸੀਂ ਇਸ ਨੂੰ ਭਾਖਾ ਪੜ੍ਹਤ ਚਿੱਤ ਲਗਾਏ, ਕਿ ਜਦੋਂ ਅਸੀਂ ਇਸ ਨੂੰ ਦੇਸ਼ ਭਾਸ਼ਾ ਵਿੱਚ ਪੜ੍ਹਾਂਗੇ ਤੇ ਬੜੇ ਸਾਡੇ ਮਨ ਨੂੰ ਚੰਗਾ ਲੱਗੇਗਾ, ਸਾਨੂੰ ਗਿਆਨ ਦੀ ਪ੍ਰਾਪਤੀ ਹੋਵੇਗੀ, ਜਿਸ ਦੇ ਨਾਲ ਅਸੀਂ ਆਪ ਪੜ੍ਹ ਕੇ ਅੱਗੇ ਹੋਰ ਗੁਰਸਿੱਖਾਂ ਨੂੰ ਵੀ ਪੜ੍ਹਾ ਸਕਦੇ ਹਾਂ। ਤੇ ਇਸੇ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਬਤ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਵੀ ਬਚਨ ਲਿਖੇ ਨੇ ਕਿ ਕਵਿਤਾ ਰਚ ਹੈ ਇਕੰਤ ਹੋਇ, ਸੁੰਦਰ ਛੰਦ ਬਣਾਏ। ਕਿ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਜਮਾਨ ਨੇ, ਉਸ ਵੇਲੇ ਇਕਾਂਤ ਜਦੋਂ ਹੁੰਦੇ ਨੇ, ਭਾਵ ਇਕੱਲਿਆਂ ਬੈਠ ਕਰਕੇ ਜਦੋਂ ਸ਼ਾਂਤ ਚਿੱਤ ਹੁੰਦੇ ਨੇ, ਕਵਿਤਾ ਰਚ ਹੈ, ਉਦੋਂ ਇਹ ਕਵਿਤਾ ਭਾਵ ਜਿਹੜੀ ਬਾਣੀ ਹੈ ਉਸ ਨੂੰ ਰਚਦੇ ਨੇ। ਸੁੰਦਰ ਛੰਦ ਬਣਾਏ, ਜਿਹੜੇ ਛੰਦ ਨੇ ਬੜੇ ਸੁੰਦਰ ਸੁੰਦਰ ਛੰਦ ਬਣਾਉਂਦੇ ਨੇ, ਜਿਨ੍ਹਾਂ ਵਿੱਚੋਂ ਤ੍ਰਿਣਕਾ ਛੰਦ ਹੈ, ਤ੍ਰਿੜਕਾ ਛੰਦ ਹੈ, ਤ੍ਰਿਣਨਿਣ ਛੰਦ ਹੈ। ਸੋ ਇਸ ਪ੍ਰਕਾਰ ਬੇਅੰਤ ਐਸੇ ਸਤਿਗੁਰਾਂ ਨੇ ਜਿਹੜੇ ਛੰਦ ਲਿਖੇ ਨੇ, ਜਿਨ੍ਹਾਂ ਨੂੰ ਅਸੀਂ ਆਉਣ ਵਾਲੀ ਜਿਹੜੀ ਸੰਥਿਆ ਹੈ ਉਸ ਦੇ ਵਿੱਚ ਜ਼ਿਕਰ ਕਰਦੇ ਜਾਵਾਂਗੇ।
ਸੋ ਇਹ ਜਿਹੜੇ ਬਚਨ ਨੇ ਭਾਈ ਸੰਤੋਖ ਸਿੰਘ ਜੀ ਨੇ ਲਿਖੇ ਨੇ ਕਿ ਕਵਿਤਾ ਰਚ ਹੈ ਇਕੰਤ ਹੋਇ, ਸੁੰਦਰ ਛੰਦ ਬਨਾਏ, ਰਸ ਸਿੰਗਾਰ ਰਸ ਬੀਰ ਕੋ, ਰੌਦਰ ਬਰਨ ਅਦਕਾਏ। ਇਸ ਤਰ੍ਹਾਂ ਜਿਹੜੇ 9 ਰਸ ਨੇ ਉਹਨਾਂ ਦਾ ਸਤਿਗੁਰਾਂ ਨੇ ਆਪਣੀ ਪਾਵਨ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ। ਸੋ ਸਤਿਗੁਰੂ ਜੀ ਰਹਿਮਤ ਕਰਨ, ਇਹ ਜਿਹੜੀ ਸ਼ੰਕਾ ਹੈ ਇਸ ਨੂੰ ਅਸੀਂ ਦੂਰ ਕਰਕੇ ਜਿੱਥੇ ਅਸੀਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹ ਕੇ, ਕਿਉਂਕਿ ਸਤਿਗੁਰਾਂ ਦੀ ਜਿਹੜੀ ਪਾਵਨ ਗੁਰਬਾਣੀ ਹੈ ਇਹ ਹੈ ਸੂਤਰ ਰੂਪ ਦੇ ਵਿੱਚ, ਅਤੇ ਉਸ ਦਾ ਜਿਹੜਾ ਖੁਲਾਸਾ ਹੈ ਉਸ ਨੂੰ ਕਰਨ ਦੇ ਲਈ ਸਾਨੂੰ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਇਸ ਨੂੰ ਪੜ੍ਹਨਾ ਬਹੁਤ ਲਾਜ਼ਮੀ ਹੁੰਦਾ ਹੈ। ਸੋ ਇਸ ਲਈ ਇਹ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਚਨ ਦਾ ਕੀ ਕਾਰਨ ਹੈ ਉਹ ਆਪਾਂ ਇੱਕ ਵੱਖਰੇ ਰੂਪ ਦੇ ਵਿੱਚ ਵਿਚਾਰ ਕਰ ਲਵਾਂਗੇ। ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਜਿਸ ਤਰ੍ਹਾਂ ਆਦਿ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਜੋ ਪਾਵਨ ਜਿਹੜੀ ਸੰਥਿਆ ਸੰਪੂਰਨ ਹੋਈ ਹੈ, ਉਸੇ ਪ੍ਰਕਾਰ ਹੀ ਇਸ ਤੋਂ ਅੱਗੇ ਜਿਹੜੀ ਜਾਪ ਸਾਹਿਬ ਦੀ ਬਾਣੀ ਪ੍ਰਾਰੰਭ ਹੋਣ ਜਾ ਰਹੀ ਹੈ, ਆਪ ਆਪਣਾ ਮਿਹਰ ਭਰਿਆ ਹੱਥ ਰੱਖ ਕਰਕੇ ਉਹਨੂੰ ਸੰਪੂਰਨ ਕਰਵਾ ਲੈਣ। ਆਪ ਗੁਰਸਿੱਖ ਅਸੀਸ ਬਖਸ਼ਣੀ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।